ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਨ ਹਿਰਦੈ ਧਿਆਨ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਾਰੇ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਾਰੇ ਜੋਰੀ ਨਮੋ ਕਾਰੇ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਾਰੋ ਤਾਰਾ ਪਾਰੇ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਇ। ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਬਿਜੋਗ। ਦਾਸ ਗੋਬਿੰਦ ਫਤਿਹ ਖਾਲਸਾ ਦਸ ਪਰਸ ਮਿਟੇ ਸੋਗ। ਆਤਮ ਰਸ ਜੋ ਜਾਨਹੀ ਸੋ ਹੈ ਖਾਲਸ ਦੇਵ। ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ। ਮੂਕ ਉਚਰੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ ਦੋਹਰਾ। ਇਸ ਪ੍ਰਕਾਰ ਸ੍ਰੀ ਸਤਿਗੁਰੂ ਰਾਜ ਸਮਾਜ ਬਿਰਦਾਏ ਕਰੀ ਸਕੇਲਨ ਬਾਪਨ ਉਪਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਹੋਈ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਬਹੁਤ ਵੱਡੇ ਭਾਗਾਂ ਵਾਲੇ ਹੋ ਜੋ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ 'ਚ ਸੰਧਿਆ ਦੇ ਦੀਵਾਨਾਂ ਦੀ ਹਾਜ਼ਰੀ ਪਾ ਰਹੇ ਹੋ ਔਰ ਸੋਦਰ ਰਾਜ ਸਾਹਿਬ ਜੀ ਦੇ ਪਾਠ, ਗੁਰੂ ਘਰ ਦੇ ਸਤਿਕਾਰਯੋਗ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਸੰਧਿਆ ਸਮੇਂ ਸੁਨੇ ਰਹਿਰਾਸ, ਕੀਰਤਨ ਕਥਾ ਸੁਨੇ ਹਰ ਜਾਸ। ਇਨਮੈਂ ਨੇਮ ਜੋ ਏਕ ਕਰਾਏ, ਸੋ ਸਿੱਖ ਅਮਰਾਪੁਰੀ ਕੋ ਜਾਏ। ਗੁਰੂ ਕਲਗੀਧਰ ਜੀ ਦਾ ਹੁਕਮ ਹੈ, ਜਿਹੜਾ ਸਿੱਖ ਸੰਧਿਆ ਸਮੇਂ ਰਹਿਰਾਸ ਦਾ ਪਾਠ ਸੁਣੇ,
ਕੀਰਤਨ ਕਥਾ ਸੁਣੇ, ਅੰਮ੍ਰਿਤ ਵੇਲੇ ਬਾਣੀ ਸੁਣੇ, ਸੰਧਿਆ ਵੇਲੇ ਬਾਣੀ ਸੁਣੇ, ਉਹ ਸੱਚਖੰਡ ਜਾਂਦਾ ਹੈ। ਇਹਦੇ ਵਿੱਚ ਕੋਈ ਸ਼ੰਕਾ ਨਹੀਂ ਹੈ। ਧੰਨ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ 'ਚ ਆਪ ਜੀ ਬੈਠ ਕੇ ਗੁਰਬਾਣੀ ਦਾ ਲਾਹਾ ਪ੍ਰਾਪਤ ਕਰ ਰਹੇ ਸੀ। ਆਓ ਹੁਣ ਗੁਰ ਇਤਿਹਾਸ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਕਰਕੇ ਖਾਲਸਾ ਪੰਥ ਉੱਤੇ ਬੜਾ ਵੱਡਾ ਉਪਕਾਰ ਕੀਤਾ ਹੈ। ਸਤਿਗੁਰੂ ਜੀ ਦੇ 10 ਪਾਤਸ਼ਾਹੀਆਂ ਦੇ ਇਤਿਹਾਸ ਨੂੰ ਬੜੇ ਹੀ ਸੁੰਦਰ ਢੰਗ ਨਾਲ ਕਲਮਬੰਦ ਕੀਤਾ ਹੈ। ਆਪ ਜੀ ਪਾਵਨ ਕਥਾ ਸਰਵਣ ਕਰ ਰਹੇ ਹੋ ਕਿ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ਮੰਨ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਚਾਲੇ ਪਾਏ ਔਰ ਪੌਂਟਾ ਸਾਹਿਬ ਵਸਾਇਆ ਜਮਨਾ ਦੇ ਕੰਢੇ ਤੇ। ਮਹਾਰਾਜ ਆਪਣੀ ਬਾਣੀ ਵਿੱਚ ਲਿਖਦੇ ਹਨ, ਦੇਸ ਚਾਰ ਹਮ ਤੇ ਪੁਨ ਭਈ, ਸ਼ਹਿਰ ਪਾਵਟਾ ਕੀ ਸੁਧ ਲਈ, ਕਿ ਅਸੀਂ ਪੌਂਟਾ ਸਾਹਿਬ ਜਾ ਬਿਰਾਜੇ ਤੇ ਪੌਂਟਾ ਸਾਹਿਬ ਜਾ ਕੇ ਜੋ ਸਤਿਗੁਰੂ ਨੇ ਕੌਤਕ ਕੀਤੇ, ਰੋਜ਼ ਰਣਜੀਤ ਨਗਾਰੇ ਤੇ ਚੋਭਾਂ ਲੱਗਦੀਆਂ, ਫੌਜਾਂ ਤਿਆਰ ਬਰ ਤਿਆਰ ਹੋ ਕੇ ਕਲਗੀਧਰ ਪਾਤਸ਼ਾਹ ਦੀ ਅਗਵਾਈ ਵਿੱਚ ਸ਼ਿਕਾਰ ਨੂੰ ਚੜ੍ਹਦੀਆਂ, 22 ਧਾਰ ਦੀਆਂ ਪਹਾੜੀਆਂ ਵਿੱਚ ਕਲਗੀਧਰ ਪਾਤਸ਼ਾਹ ਦੇ ਖਾਲਸੇ ਗੁਰੂ ਕੇ ਸੂਰਮੇ, ਗੁਰੂ ਕੇ ਯੋਧੇ ਗਰਜਦੇ, ਸ਼ੇਰਾਂ ਦੇ ਸ਼ਿਕਾਰ ਕੀਤੇ, ਰੋਜ਼ ਰੀਛ ਬਹੁ ਭਾਂਤ ਬਿਦਾਰੇ, ਤੈਂ ਕੇ ਸਿੰਘ ਘਨੇ ਚੁਨ ਮਾਰੇ, ਰੋਜ਼ ਰੀਛ ਬਹੁ ਭਾਂਤ ਬਿਦਾਰੇ। 10ਵੇਂ ਪਾਤਸ਼ਾਹ ਦੀ ਇਹ ਚੜ੍ਹਦੀ ਕਲਾ, ਇਹ ਜਾਹੋ ਜਲਾਲ ਦਾ ਪਤਾ ਰਾਜਾ ਫਤਿਹ ਸ਼ਾਹ ਨੂੰ ਵੀ ਲੱਗਾ। ਉਹ ਵੀ ਮਹਾਰਾਜ ਦੇ ਦਰਸ਼ਨ ਕਰਨ ਲਈ ਪੌਂਟਾ ਸਾਹਿਬ ਆਇਆ। ਮਹਾਰਾਜ ਨੇ ਰਾਜਾ ਫਤਿਹ ਸ਼ਾਹ ਦਾ ਮੇਦਨੀ ਪ੍ਰਕਾਸ਼ ਦੇ ਨਾਲ ਮਿਲਾਪ ਕਰਾ ਦਿੱਤਾ। ਜਿਹੜੀ ਸਦੀਆਂ ਦੀ ਦੋਵਾਂ ਰਾਜਾਂ ਵਿੱਚ ਦੁਸ਼ਮਣੀ ਚਲੀ ਆਉਂਦੀ ਸੀ, ਗੁਰੂ ਸਾਹਿਬ ਨੇ ਦੋਵਾਂ ਰਾਜਿਆਂ ਦੀ ਸੁਲ੍ਹਾ ਕਰਾ ਕੇ ਉਹ ਬਹੁਤ ਪੁਰਾਣੀ ਦੁਸ਼ਮਣੀ ਵੀ ਖਤਮ ਕਰ ਦਿੱਤੀ। ਪੀਰ ਬੁੱਧੂ ਸ਼ਾਹ ਜੀ ਸਢੌਰੇ ਤੋਂ ਚੱਲ ਕੇ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਨ ਆਏ। ਦਰਸ਼ਨ ਕਰਕੇ ਬਹੁਤ ਪ੍ਰਭਾਵਿਤ ਹੋਏ। ਗੁਰੂ ਸਾਹਿਬ ਦੀ ਇਸ ਵੱਧਦੀ ਹੋਈ ਮਹਿਮਾ ਦਾ ਪਤਾ ਸਤਿਗੁਰੂ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਨੂੰ ਵੀ ਲੱਗਾ, ਕਿਉਂਕਿ ਬਾਬਾ ਰਾਮ ਰਾਏ ਜੀ ਮਹਾਰਾਜ ਤੋਂ ਕੋਈ 40 ਕਿਲੋਮੀਟਰ ਦੂਰੀ ਤੇ ਦੇਹਰਾਦੂਨ ਵਿੱਚ ਬਿਰਾਜਮਾਨ ਸਨ। ਜਦੋਂ ਉਹਨਾਂ ਨੂੰ ਪਤਾ ਲੱਗਾ ਵੀ 10ਵੇਂ ਪਾਤਸ਼ਾਹ ਦਾ ਬੜਾ ਪ੍ਰਤਾਪ ਹੈ, ਬੜਾ ਜਾਹੋ ਜਲਾਲ ਹੈ, ਪਹਿਲਾਂ ਤਾਂ ਡਰ ਗਏ ਵੀ ਕਿਤੇ ਚਾਚਾ ਜੀ ਮੇਰੇ ਇਲਾਕੇ ਤੇ ਆ ਕੇ ਕਬਜ਼ਾ ਹੀ ਨਾ ਕਰ ਲੈਣ, ਕਿਉਂਕਿ ਬਾਬਾ ਰਾਮ ਰਾਏ ਜੀ ਰਿਸ਼ਤੇ ਵਿੱਚ 10ਵੇਂ ਪਾਤਸ਼ਾਹ ਦੇ ਭਤੀਜੇ ਲੱਗਦੇ ਸਨ। ਗੁਰੂ ਹਰਗੋਬਿੰਦ ਸਾਹਿਬ ਦੇ ਪੜ ਪੋਤਰੇ ਸਨ ਬਾਬਾ ਰਾਮ ਰਾਏ ਜੀ, ਤੇ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਇਸ ਕਰਕੇ ਰਿਸ਼ਤਾ ਬੜਾ ਨੇੜਲਾ ਸੀ। ਸ਼ਰੀਕਾ ਭਾਈਚਾਰਾ ਤੁਹਾਨੂੰ ਪਤਾ ਹੈ ਕਈ ਵਾਰੀ ਵਿਗਾੜ ਦਾ ਕਾਰਨ ਬਣ ਜਾਂਦਾ ਹੈ। ਬਾਬਾ ਰਾਮ ਰਾਏ ਜੀ ਨੂੰ ਉਹਨਾਂ ਦੇ ਕੁਝ ਮਸੰਦਾਂ ਨੇ, ਕੁਝ ਸਿਆਣਿਆਂ ਨੇ ਰੋਕਿਆ ਵੀ ਤੁਸੀਂ ਇੱਥੋਂ ਨਾ ਜਾਓ, ਕੀ ਪਤਾ ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਡੇ ਤੇ ਹਮਲਾ ਨਾ ਹੀ ਕਰਨ, ਤੁਸੀਂ ਕਿਉਂ ਡਰਦੇ ਹੋ। ਤਾਂ ਬਾਬਾ ਰਾਮ ਰਾਏ ਜੀ ਨੇ ਕੁਝ ਹੌਸਲਾ ਕਰਕੇ ਮਨ ਵਿੱਚ ਟਿਕਾ ਕੀਤਾ। ਇਧਰੋਂ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। 10ਵੇਂ ਪਾਤਸ਼ਾਹ ਜੀ ਨੇ ਆਪਣੇ ਦੀਵਾਨ ਨੰਦ ਚੰਦ ਜੀ ਨੂੰ ਤੇ ਪੰਡਤ ਦਇਆ ਰਾਮ ਜੀ ਨੂੰ ਦੇਹਰਾਦੂਨ ਭੇਜਿਆ ਵੀ ਜਾ ਕੇ ਤੁਸੀਂ ਪੰਡਿਤ ਜੀ ਸਮਝਾਓ ਬਾਬੇ ਰਾਮ ਰਾਏ ਨੂੰ ਕਿ ਉਹ ਮਨ ਵਿੱਚ ਕਿਸੇ ਤਰ੍ਹਾਂ ਦਾ ਤੌਖਲਾ ਨਾ ਰੱਖਣ, ਚਿੰਤਾ ਨਾ ਰੱਖਣ। ਉਹ ਸਾਡੇ ਭਤੀਜੇ ਹਨ, ਸਾਡੇ ਲਈ ਗੁਰੂ ਹਰਿਰਾਏ ਸਾਹਿਬ ਦੇ ਸਾਹਿਬਜ਼ਾਦੇ ਹੋਣ ਕਰਕੇ ਸਤਿਕਾਰਯੋਗ ਹਨ। ਠੀਕ ਹੈ, ਕਈ ਵਾਰੀ ਘਰਾਂ ਦੇ ਵਿੱਚ 100 ਗੱਲਾਂ ਹੋ ਜਾਂਦੀਆਂ ਨੇ, ਉਹਨਾਂ ਗੱਲਾਂ ਦਾ ਮਨ ਵਿੱਚ ਕੋਈ ਐਸਾ ਖਿਆਲ ਕਰਨਾ ਵੀ ਅਸੀਂ ਉਹਨਾਂ ਦਾ ਕੋਈ ਨੁਕਸਾਨ ਕਰਾਂਗੇ, ਇਹ ਨਹੀਂ ਹੋ ਸਕਦਾ। ਗੁਰੂ ਘਰ ਦੇ ਪੁਰੋਹਿਤ, ਸੋਢੀ ਕੁਲ ਦੇ ਪੁਰੋਹਿਤ ਸਨ ਪੰਡਿਤ ਦਇਆ ਰਾਮ ਜੀ, ਬੜੇ ਪੜ੍ਹੇ ਲਿਖੇ ਵਿਦਵਾਨ ਸਿਆਣੇ ਸਨ। ਔਰ ਦੀਵਾਨ ਨੰਦ ਚੰਦ ਜੀ ਦੇਹਰਾਦੂਨ ਗਏ।
ਜਾ ਕੇ ਬਾਬਾ ਰਾਮ ਰਾਏ ਜੀ ਨੂੰ ਮਿਲੇ। ਗੁਰੂ ਦਸਵੇਂ ਪਾਤਸ਼ਾਹ ਵੱਲੋਂ ਹੌਸਲਾ ਦਿੱਤਾ ਵੀ ਸਤਿਗੁਰੂ ਕਹਿੰਦੇ ਆ ਵੀ ਤੁਸੀਂ ਕਿਸੇ ਤਰ੍ਹਾਂ ਦੀ ਮਨ 'ਚ ਘਬਰਾਹਟ ਨਾ ਰੱਖੋ, ਸਾਡੇ ਮਨ 'ਚ ਕੋਈ ਵੈਰ ਵਿਰੋਧ ਨਹੀਂ ਹੈ, ਬਲਕਿ ਅਸੀਂ ਤੁਹਾਡੇ ਹਰ ਵੇਲੇ ਕੰਮ ਆਵਾਂਗੇ, ਕੋਈ ਦੁੱਖ ਸੁੱਖ ਹੋਵੇ ਤੇ ਸਾਨੂੰ ਆਵਾਜ਼ ਮਾਰਿਆ ਜੇ। ਇਹ ਸੁਣ ਕੇ ਬਾਬਾ ਰਾਮ ਰਾਏ ਦਾ ਦਿਲ ਟਿਕ ਗਿਆ, ਹੌਸਲਾ ਬਣ ਗਿਆ। ਕਹਿਣ ਲੱਗਾ ਮੈਂ ਵੀ ਚਾਹੁੰਦਾ ਵੀ ਚਾਚਾ ਜੀ ਦੇ ਨਾਲ ਮੇਰੀ ਜਿਹੜੀ ਹੈ ਬਣ ਆਵੇ, ਕਿਉਂਕਿ ਉਹ ਵੱਡੀ ਥਾਂ ਤੇ ਨੇ, ਰਿਸ਼ਤਾ ਵੀ ਵੱਡਾ ਹੈ ਤੇ ਉਹਨਾਂ ਦੀ ਪਦਵੀ ਵੀ ਵੱਡੀ ਹੈ। ਇਹ ਗੱਲ ਬਾਬਾ ਰਾਮ ਰਾਏ ਜੀ ਨੇ ਕਹੀ, ਪਰ ਅਜੇ ਤੱਕ ਬਾਬਾ ਰਾਮ ਰਾਏ ਜੀ ਤੇ ਦਸਵੇਂ ਪਾਤਸ਼ਾਹ ਦਾ ਮੇਲ ਨਹੀਂ ਹੋਇਆ। ਦੋਵੇਂ ਪਾਸਿਆਂ ਤੋਂ ਮੇਲ ਦੀ ਇੱਛਾ ਹੋਈ ਹੈ। ਬਾਬਾ ਰਾਮ ਰਾਏ ਜੀ ਦੇ ਮਨ ਵਿੱਚ ਤੀਬਰ ਇੱਛਾ ਹੋਈ ਹੈ ਦਸਵੇਂ ਪਾਤਸ਼ਾਹ ਨੂੰ ਮਿਲਣ ਦੀ। ਉਹ ਕਥਾ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਇਸ ਪ੍ਰਕਰਣ ਵਿੱਚ ਲਿਖ ਰਹੇ ਨੇ। ਆਓ ਆਪਣੀਆਂ ਮਨ ਬਿਰਤੀਆਂ ਨੂੰ ਸ੍ਰੀ ਪਾਉਂਟਾ ਸਾਹਿਬ ਤੇ ਦੇਹਰਾਦੂਨ ਦੇ ਇਲਾਕੇ 'ਚ ਲੈ ਚਲੀਏ, ਜਿੱਥੇ ਬਾਜਾਂ ਵਾਲੇ ਸੱਚੇ ਪਾਤਸ਼ਾਹ ਇਹ ਕੌਤਕ ਕਰ ਰਹੇ ਨੇ। ਪਿਆਰ ਨਾਲ ਆਖੀਏ ਸਤਨਾਮ ਸ੍ਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਇਸ ਪ੍ਰਕਾਰ ਕਲਗੀਧਰ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਉਂਟਾ ਸਾਹਿਬ ਵਿੱਚ ਵਿਰਾਜਮਾਨ ਹਨ। ਰਾਜ ਸਮਾਜ ਬਿਰਦਾਏ ਔਰ ਦਿਨੋਂ ਦਿਨ ਪਾਤਸ਼ਾਹ ਦੀ ਰਾਜ ਸਾਜ ਵੱਧਦਾ ਜਾ ਰਿਹਾ ਹੈ। ਮਹਾਰਾਜ ਦੀ ਸੋਭਾ ਵੱਧਦੀ ਜਾ ਰਹੀ ਹੈ। 500 ਪਠਾਨ ਪੀਰ ਬੁੱਧੂ ਸ਼ਾਹ ਨੇ ਗੁਰੂ ਦੀ ਫੌਜ ਭਰਤੀ ਕਰਾ ਦਿੱਤੇ ਹਨ। ਇੱਕ ਪਾਸੇ 500 ਉਦਾਸੀਆਂ ਦਾ ਡੇਰਾ ਲੱਗਾ ਹੋਇਆ ਹੈ। ਬਹੁਤ ਸਾਰੇ ਸਾਧੂ ਮਹਾਤਮਾ ਅਤੇ ਗੁਰੂ ਦੀਆਂ ਸੰਗਤਾਂ ਔਰ ਗੁਰੂ ਦੀਆਂ ਫੌਜਾਂ, ਲੱਖਾਂ ਹੀ ਗੁਰੂ ਦੇ ਪਿਆਰੇ ਦੂਰੋਂ ਦੁਰਾਡਿਆਂ ਤੋਂ ਆ ਕੇ ਦਰਸ਼ਨ ਕਰਦੇ ਨੇ। ਲੱਖਾਂ ਰੁਪਏ ਦਾ ਚੜਾਵਾ ਚੜ੍ਹਦਾ ਹੈ। ਬੜਾ ਸੁੰਦਰ ਗੁਰੂ ਸਾਹਿਬ ਦਾ ਕਿਲਾ ਇੱਥੇ 12 ਦਿਨਾਂ ਦੇ ਵਿੱਚ ਰਾਜੇ ਮੇਦਨੀ ਪ੍ਰਕਾਸ਼ ਨੇ ਪਾਉਂਟਾ ਸਾਹਿਬ ਤਿਆਰ ਕਰ ਦਿੱਤਾ ਹੈ। ਉਹਦੇ ਵਿੱਚ ਸਤਿਗੁਰੂ ਜੀ ਬਿਰਾਜਮਾਨ ਹਨ ਤੇ ਦਿਨੋਂ ਦਿਨ ਪ੍ਰਤਾਪ ਵੱਧਦਾ ਜਾ ਰਿਹਾ ਹੈ। ਕਰੀ ਸਕੇਲਨ ਬਾਹਨੀ ਔਰ ਫੌਜ ਬਹੁਤ ਜ਼ਿਆਦਾ ਇਕੱਠੀ ਕਰ ਲਈ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਤਰਾਸ ਨਿਰਪਣ ਉਪਜਾਏ ਜਦੋਂ ਸਤਿਗੁਰਾਂ ਦੀ ਫੌਜ ਵੱਧਦੀ ਜਾ ਰਹੀ ਹੈ, ਰੋਜ਼ 25 30 50 100 ਨੌਜਵਾਨ ਆ ਕੇ ਭਰਤੀ ਹੁੰਦੇ ਨੇ। ਮਹਾਰਾਜ ਦਾ ਦਲ ਵੱਧਦਾ ਜਾ ਰਿਹਾ ਵੇਖ ਕੇ 22 ਧਾਰ ਦੇ ਰਾਜਿਆਂ ਨੂੰ ਡਰ ਲੱਗਦਾ ਹੈ, ਭੈ ਆਉਣ ਲੱਗ ਪਿਆ ਹੈ। ਜਿਹੜੇ ਰਾਜੇ ਬੜੇ ਹੰਕਾਰੇ ਹੋਏ ਆਫਰੇ ਫਿਰਦੇ ਸਨ, ਹੁਣ ਉਹ ਵੀ ਸੋਚ ਕੇ ਕਦਮ ਧਰਦੇ ਹਨ। ਚੌਪਈ ਸੁਨ ਸ਼੍ਰੀ ਰਾਮ ਰਾਏ ਵਡਿਆਈ ਤੇ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵਡਿਆਈ ਬਾਬਾ ਰਾਮ ਰਾਏ ਜੀ ਨੇ ਦੇਹਰਾਦੂਨ ਵਿੱਚ ਸੁਣੀ ਹੈ। ਦਿਨ ਪ੍ਰਤ ਬਦਤ ਜਾਤ ਅਧਿਕਾਰੀ ਬਾਬਾ ਰਾਮ ਰਾਏ ਜੀ ਨੂੰ ਰੋਜ਼ ਖਬਰਾਂ ਮਿਲਦੀਆਂ ਨੇ, ਮਸੰਦ ਆ ਕੇ ਦੱਸਦੇ ਨੇ, ਸਿੱਖ ਉਹਨਾਂ ਦੇ ਆ ਕੇ ਦੱਸਦੇ ਨੇ ਕਿ ਬਾਬਾ ਜੀ ਦਸਵੇਂ ਪਾਤਸ਼ਾਹ ਦਾ ਤਾਂ ਬੜਾ ਪ੍ਰਤਾਪ ਵੱਧ ਗਿਆ ਹੈ, ਬੜੀ ਫੌਜ ਰੱਖ ਲਈ ਹੈ, ਬੜਾ ਵੱਡਾ ਕਿਲਾ ਬਣਾ ਲਿਆ ਹੈ, ਬੜੇ ਘੋੜੇ ਖਰੀਦ ਲਏ ਹਨ, ਬੜੇ ਹਥਿਆਰ ਖਰੀਦ ਲਏ ਹਨ। ਗੁਰੂ ਗੋਬਿੰਦ ਸਿੰਘ ਜੀ ਦੀ ਤਾਕਤ ਦਿਨੋਂ ਦਿਨ ਦੁੱਗਣੀ ਚੌਗਣੀ ਹੁੰਦੀ ਜਾ ਰਹੀ ਹੈ। ਮਿਲਨ ਬਿਖਨ ਕੀ ਪ੍ਰੀਤ ਉਪਾਵੈ ਬਾਬਾ ਰਾਮ ਰਾਏ ਜੀ ਦੇ ਮਨ ਵਿੱਚ ਹੁਣ ਪ੍ਰੇਮ ਪੈਦਾ ਹੋਇਆ ਵੀ ਗੁਰੂ ਸਾਹਿਬ ਦੇ ਦਰਸ਼ਨ ਕਰੀਏ, ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੀਏ। ਇਹ ਉਹਨਾਂ ਦੇ ਮਨ ਦੀ ਇੱਛਾ ਵੱਧਦੀ ਜਾਣ ਲੱਗੀ ਹੈ। ਕਹਿਨ ਸੁਨਨ ਹੋਏ ਮਨ ਮਹਿ ਆਵੈ ਕਹਿੰਦੇ ਜੇ ਗੁਰੂ ਸਾਹਿਬ ਮਿਲਣਗੇ ਤਾਂ ਗੱਲਬਾਤ ਕਰਾਂਗੇ। ਜਿਹੜੀਆਂ ਮਨ ਦੇ ਵਿੱਚ ਇੱਕ ਦੂਜੀ ਦੇ ਕੋਈ ਪਿਛਲੇ ਸਮੇਂ ਵਿੱਚ ਕੋਈ ਇਹੋ ਜਿਹੀਆਂ ਗੱਲਾਂ ਬਣੀਆਂ ਨੇ ਵੀ ਲੋਕਾਂ ਨੂੰ ਲੱਗਦਾ ਹੈ ਵੀ ਬਾਬੇ ਰਾਮ ਰਾਏ ਦਾ ਤੇ ਗੁਰੂ ਘਰ ਦਾ ਵਿਰੋਧ ਹੈ, ਉਹ ਵੀ ਮਿਟ ਜਾਏਗਾ। ਤੇ ਬਾਬਾ ਰਾਮ ਰਾਏ ਜੀ ਅਸਲ ਵਿੱਚ ਆਪਣੇ ਮਸੰਦਾਂ ਤੋਂ ਵੀ ਦੁਖੀ ਹੋਣ ਲੱਗ ਪਏ ਸਨ, ਕਿਉਂਕਿ ਮਹਾਰਾਜ ਸਾਹਿਬ ਜੀ ਦਾ ਕੋਈ ਬਚਨ ਐਸਾ ਚੱਲਿਆ ਸੀ, ਜਦੋਂ ਸਾਧ ਸੰਗਤ ਜੀ ਬਾਬੇ ਰਾਮ ਰਾਏ ਨੇ ਦਿੱਲੀ 'ਚ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਦੇ ਹੁਕਮ ਅਨੁਸਾਰ ਜਾ ਕੇ ਬੇਅੰਤ ਕਰਾਮਾਤਾਂ ਵਿਖਾਈਆਂ, ਤਾਂ ਉਸ ਵੇਲੇ ਉਹਨਾਂ ਨੇ ਉੱਥੇ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਜਦੋਂ ਕਾਜ਼ੀਆਂ ਮੁਲਾਣਿਆਂ ਦੇ ਕਹਿਣ ਉੱਤੇ ਵੀ ਇਹ ਬਾਬਾ ਜੀ ਨੂੰ ਪੁੱਛੋ ਵੀ ਮਿੱਟੀ ਮੁਸਲਮਾਨ ਕੀ ਇਹ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਨੇ ਬਚਨ ਕਿਉਂ ਉਚਾਰੇ ਨੇ, ਤਾਂ ਉਹ ਖੁਸ਼ਾਮਦ ਵਜੋਂ ਬਾਬਾ ਜੀ ਇੰਨਾ ਬਚਨ ਕਰ ਬੈਠੇ ਵੀ ਮਹਾਰਾਜ ਨੇ ਬੇਈਮਾਨ ਵਾਸਤੇ ਬਚਨ ਕੀਤੇ। ਤਾਂ ਉਹ ਗੱਲ ਦਾ ਗੁਰੂ ਹਰਿਰਾਏ ਸਾਹਿਬ ਨੇ ਬੜਾ ਸਖਤ ਨੋਟਿਸ ਲਿਆ ਸੀ
ਤੇ ਬਚਨ ਕੀਤਾ ਸੀ, ਜਿਨ ਪੈ ਬਾਣੀ ਅਦਬ ਨਾ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਬਾਬੇ ਰਾਮ ਰਾਏ ਨੇ ਵੱਡੀ ਗੁਸਤਾਖੀ ਕੀਤੀ ਹੈ, ਜੋ ਬਾਣੀ ਦਾ ਬਚਨ ਪਲਟ ਦਿੱਤਾ ਹੈ ਗੁਰੂ ਨਾਨਕ ਦੇਵ ਜੀ ਦਾ। ਇਸ ਕਰਕੇ ਸਾਡੇ ਮੱਥੇ ਨਾ ਲੱਗਣ। ਤੇ ਬਾਬਾ ਜੀ ਉਦੋਂ ਦੇ ਦੇਹਰਾਦੂਨ ਬੈਠੇ ਹੋਏ ਸਨ, ਮਨ ਵਿੱਚ ਪਛਤਾਵਾ ਵੀ ਹੁੰਦਾ ਸੀ, ਤੇ ਉਹਨਾਂ ਦੇ ਜਿਹੜੇ ਆਲੇ ਦੁਆਲੇ ਮਸੰਦ ਸਨ ਉਹ ਉਹਨਾਂ ਨੂੰ ਪਰੇਸ਼ਾਨ ਕਰਦੇ ਸਨ। ਤੇ ਬਾਬਾ ਜੀ ਚਾਹੁੰਦੇ ਸਨ ਵੀ ਮੈਂ ਹੁਣ ਗੁਰੂ ਘਰ ਦੇ ਨੇੜੇ ਲੱਗਾ, ਕਿਉਂਕਿ ਅੰਤ ਸਮਾਂ ਨੇੜੇ ਆ ਰਿਹਾ ਲੱਗ ਰਿਹਾ ਸੀ। ਇਸ ਕਰਕੇ ਬਾਬਾ ਰਾਮ ਰਾਏ ਜੀ ਦੇ ਮਨ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨਾਂ ਦੀ ਪ੍ਰੀਤ ਪੈਦਾ ਹੋ ਗਈ ਹੈ। ਕੇਤਕ ਦਿਨ ਲੋ ਰਹਿਓ ਵਿਚਾਰਤ, ਕਈ ਦਿਨ ਬਾਬਾ ਰਾਮ ਰਾਏ ਜੀ ਆਪਣੇ ਮਨ 'ਚ ਵਿਚਾਰ ਕਰਦੇ ਰਹੇ। ਕੁਛ ਜਗ ਦੇਸ਼ ਤੇ ਸ਼ੰਕਾ ਧਾਰਤ, ਗੁਰੂ ਸਾਹਿਬ ਨੂੰ ਮਿਲਣਾ ਵੀ ਚਾਹੁੰਦੇ ਸਨ, ਪਰ ਲੋਕ ਲਾਜ ਤੋਂ ਸਮਾਜ ਤੋਂ ਵੀ ਡਰਦੇ ਸਨ ਵੀ ਲੋਕ ਕੀ ਕਹਿਣਗੇ, ਸਮਾਜ ਕੀ ਸੋਚੇਗਾ, ਕਿਉਂਕਿ ਦੁਨੀਆ ਨੇ ਹਰ ਇੱਕ ਬੰਦੇ ਨੇ ਆਪਣੇ ਆਪਣੇ ਦਿਮਾਗ ਨਾਲ ਹਰ ਚੀਜ਼ ਦੇ ਅਰਥ ਕਰਨੇ ਹੁੰਦੇ ਆ। ਵੱਡੇ ਲੋਕਾਂ ਨੂੰ ਜਿਹੜੇ ਬਹੁਤ ਜ਼ਿਆਦਾ ਮਸ਼ਹੂਰ ਹੁੰਦੇ ਨੇ ਮਹਾਂਪੁਰਸ਼, ਉਹਨਾਂ ਨੂੰ ਬੜਾ ਸੋਚ ਕੇ ਤੁਰਨਾ ਪੈਂਦਾ ਵੀ ਆਹ ਕੰਮ ਕਰਾਂਗੇ ਤੇ ਲੋਕ ਆਹ ਕਹਿਣਗੇ, ਆਹ ਕਰਾਂਗੇ ਤੇ ਆਹ ਕਹਿਣਗੇ। ਹੁਣ ਲੋਕਾਂ ਵੱਲੋਂ ਵੀ ਬਾਬਾ ਰਾਮ ਰਾਏ ਦੇ ਮਨ ਵਿੱਚ ਸ਼ੰਕਾ ਸੀ ਕਿ ਜੇ ਮੈਂ 10ਵੇਂ ਪਾਤਸ਼ਾਹ ਨੂੰ ਮਿਲਦਾ ਹਾਂ ਤਾਂ ਇਹ ਜਿਹੜਾ ਸਮਾਜ ਹੈ ਮੇਰੇ ਆਲੇ ਦੁਆਲੇ, ਇਹਨਾਂ ਨੇ ਕੀ ਉਹਦਾ ਵਰਤਾਰਾ ਕਰਨਾ ਹੈ, ਕਿੱਦਾਂ ਉਹਦੇ ਬਾਰੇ ਸੋਚਣਾ ਹੈ। ਡੇਰੇ ਵਿਖੇ ਨਾ ਬਨ ਹੈ ਜਾਨ, ਬਾਬਾ ਰਾਮ ਰਾਏ ਜੀ ਸੋਚਦੇ ਆ ਵੀ ਮੈਂ ਗੁਰੂ ਗੋਬਿੰਦ ਸਿੰਘ ਦੇ ਡੇਰੇ ਨਾ ਜਾਵਾਂ ਤਾਂ ਠੀਕ ਹੈ, ਉਹਨਾਂ ਦੇ ਪੌਂਟਾ ਸਾਹਿਬ ਜਾਣਾ ਮੇਰੇ ਲਈ ਠੀਕ ਨਹੀਂ ਹੋਵੇਗਾ, ਇਹ ਬਣਦਾ ਨਹੀਂ ਹੈ, ਕਿਉਂਕਿ ਮੈਂ ਵੀ ਤਾਂ 7ਵੇਂ ਪਾਤਸ਼ਾਹ ਦਾ ਪੁੱਤਰ ਹਾਂ, ਮੇਰੀ ਵੀ ਤਾਂ ਬੜੀ ਮਾਨਤਾ ਹੈ। ਜੇ ਮੈਂ ਉਹਨਾਂ ਦੇ ਡੇਰੇ ਜਾਵਾਂਗਾ ਤਾਂ ਮੇਰੀ ਮਾਨਤਾ ਘਟ ਜਾਵੇਗੀ। ਅਲਪ ਲਖ ਹੈ ਮੋਹ ਕੋ ਸਭ ਥਾਨ, ਜਦੋਂ ਮੈਂ ਉਹਨਾਂ ਨੂੰ ਮਿਲਣ ਜਾਵਾਂਗਾ ਤੇ ਮੇਰੇ ਸਿੱਖ ਜਿਹੜੇ ਹਨ ਮੈਨੂੰ ਬੜਾ ਵੱਡਾ ਮੰਨਦੇ ਹਨ, ਗੁਰੂ ਮੰਨਦੇ ਹਨ। ਜਿਹੜੇ ਰਾਮ ਰਾਈਏ ਹਨ ਉਹਦਾ ਬਾਬਾ ਜੀ ਨੂੰ ਗੁਰੂ ਹੀ ਮੰਨਦੇ ਨੇ, ਹੁਣ ਤੱਕ ਵੀ ਉਹ ਗੁਰੂ ਰਾਮ ਰਾਏ ਲਿਖਦੇ ਹਨ। ਤੋਂ ਬਾਬਾ ਰਾਮ ਰਾਏ ਜੀ ਸੋਚਦੇ ਆ ਜੇ ਮੈਂ ਜਾਵਾਂਗਾ ਤਾਂ ਮੇਰੇ ਚੇਲਿਆਂ ਨੇ ਮੈਨੂੰ ਨੀਵਾਂ ਤੇ 10ਵੇਂ ਪਾਤਸ਼ਾਹ ਨੂੰ ਵੱਡਾ ਸਮਝ ਲੈਣਾ ਹੈ। ਸੋ ਸਭ ਬਿਦ ਤੇ ਅਹ ਵਿਸਾਲਾ, ਕਿਉਂਕਿ 10ਵੇਂ ਪਾਤਸ਼ਾਹ ਹਰ ਤਰ੍ਹਾਂ ਨਾਲ ਵੱਡੇ ਹੀ ਹਨ, ਉਹ ਪਦਵੀ ਕਰਕੇ ਵੀ ਵੱਡੇ ਹਨ ਤੇ ਰਿਸ਼ਤੇ ਕਰਕੇ ਵੀ ਮੇਰੇ ਚਾਚਾ ਜੀ ਲੱਗਦੇ ਹਨ, ਤੇ ਸ਼ਕਤੀ ਕਰਕੇ ਵੀ, ਪਦਾਰਥਾਂ ਕਰਕੇ ਵੀ ਉਹਨਾਂ ਦੀ ਹੁਣ ਪਹੁੰਚ ਮੇਰੇ ਤੋਂ ਜ਼ਿਆਦਾ ਹੈ। ਆਹੋ ਭਤੀਜਾ ਰਹੋ ਨਿਰਾਲਾ, ਮੈਂ ਉਹਨਾਂ ਦਾ ਭਤੀਜਾ ਹਾਂ ਤੇ ਮੇਰਾ ਇਹਦੇ ਵਿੱਚ ਹੀ ਫਾਇਦਾ ਹੈ ਕਿ ਮੈਂ ਉਹਨਾਂ ਤੋਂ ਹੁਣ ਵੱਖਰਾ ਹੀ ਰਵਾਂ। ਜੇ ਉਹਨਾਂ ਦੇ ਨਾਲ ਮਿਲ ਗਿਆ, ਉਹਨਾਂ ਦੇ ਨਾਲ ਜੁੜ ਗਿਆ ਤਾਂ ਮੇਰੀ ਗੱਦੀ ਜਿਹੜੀ ਚੱਲ ਰਹੀ ਹੈ, ਮੇਰਾ ਜਿਹੜਾ ਮਾਨ ਸਨਮਾਨ ਹੈ, ਸਮਾਜ ਵਿੱਚ ਮੇਰੀ ਜਿਹੜੀ ਪੋਜੀਸ਼ਨ ਹੈ ਉਹ ਖਰਾਬ ਹੋ ਜਾਏਗੀ। ਮੋਰ ਪਿਤ ਤੇ ਗੁਰਤਾ ਲਗ ਭਾਈ, ਕਿਉਂਕਿ ਮੇਰੇ ਪਿਤਾ ਗੁਰੂ ਹਰਾਏ ਸਾਹਿਬ ਜੀ 7ਵੇਂ ਪਾਤਸ਼ਾਹ ਤੋਂ ਗੁਰਤਿਆਈ ਗੱਦੀ ਜਿਹੜੀ ਹੈ ਉਹ ਮੈਂ ਲੈ ਨਹੀਂ ਸਕਿਆ। ਮੇਰੇ ਛੋਟੇ ਭਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁਰਿਆਈ ਮਿਲ ਗਈ ਸੀ। ਤਿਨ ਤੇ ਪੁਨ ਇਨਕੇ ਘਰ ਆਈ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੋਂ ਜਿਹੜੀ ਗੁਰਿਆਈ ਗੱਦੀ ਸੀ ਉਹ 10ਵੇਂ ਪਾਤਸ਼ਾਹ ਦੇ ਇਹਨਾਂ ਦੇ ਘਰ ਚਲੀ ਗਈ। ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਚਲੀ ਗਈ। ਉਹ ਰਿਸ਼ਤੇ 'ਚ ਸਾਡੇ ਦਾਦਾ ਜੀ ਲੱਗਦੇ ਸਨ, ਦਾਦੇ ਦੇ ਭਰਾ ਜੋ ਸਨ। ਬਾਬੇ ਰਾਮ ਰਾਏ ਦੇ ਦਾਦੇ ਦਾ ਨਾਮ ਸੀ ਬਾਬਾ ਗੁਰਦਿੱਤਾ। ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ ਛੋਟੇ ਭਰਾ ਸਨ। ਇਸ ਕਰਕੇ ਬਾਬਾ ਰਾਮ ਰਾਏ ਜੀ ਸੋਚਦੇ ਹੈ ਵੀ ਮੈਂ ਤਾਂ ਪਿਤਾ ਗੁਰੂ ਹਰਾਏ ਸਾਹਿਬ ਜੀ ਦੀ ਗੁਰਤਾ ਗੱਦੀ ਨਹੀਂ ਲੈ ਸਕਿਆ ਤੇ ਮੇਰੇ ਛੋਟੇ ਭਰਾ ਗੁਰੂ ਹਰਕ੍ਰਿਸ਼ਨ ਸਾਹਿਬ ਕੋਲ ਗਈ ਸੀ। ਉਹ ਛੋਟੀ ਅਵਸਥਾ ਵਿੱਚ ਜੋਤੀ ਜੋਤ ਸਮਾ ਗਏ। ਗੁਰਤਾ ਗੱਦੀ ਉਹਨਾਂ ਤੋਂ ਗੁਰੂ ਤੇਗ ਬਹਾਦਰ ਸਾਹਿਬ ਕੋਲ ਚਲੀ ਗਈ, ਯਾਨੀ ਗੁਰੂ ਗੋਬਿੰਦ ਸਿੰਘ ਉਹਨਾਂ ਦੇ ਘਰ ਚਲੀ ਗਈ। ਯਥਾਰਥ ਇਹ ਸਭ ਬਾਤੀ, ਇਹ ਗੱਲ ਸਾਰਿਆਂ ਨੂੰ ਪਤਾ ਹੈ, ਹੁਣ ਇਹਨੂੰ ਬਦਲਿਆ ਨਹੀਂ ਜਾ ਸਕਦਾ। ਇਹ ਗੱਲ ਯਥਾਰਥ ਹੈ, ਸਹੀ ਹੈ। ਮੇਰੇ ਕਹਿਣ ਨਾਲ ਵੀ ਮੈਂ ਗੁਰੂ ਹਾਂ ਤਾਂ ਵੀ ਲੋਕਾਂ ਨੂੰ ਪਤਾ ਹੈ ਵੀ ਅਸਲ ਗੁਰੂ ਕੌਣ ਹਨ। ਜੇ ਪਿਤਾ ਗੁਰੂ ਹਰਾਏ ਸਾਹਿਬ ਮੈਨੂੰ ਗੱਦੀ ਦੇ ਕੇ ਜਾਂਦੇ, ਕਹਿ ਜਾਂਦੇ ਵੀ ਬੇਟਾ ਰਾਮ ਰਾਏ ਗੁਰੂ ਬਣੇਗਾ, ਤੇ ਫਿਰ ਦੁਨੀਆ ਦੀ ਕੋਈ ਤਾਕਤ ਮੇਰੇ ਤੋਂ ਗੱਦੀ ਨਹੀਂ ਸੀ ਖੋ ਸਕਦੀ। ਪਰ ਪਿਤਾ ਜੀ ਗੱਦੀ ਮੈਨੂੰ ਦੇ ਕੇ ਨਹੀਂ ਗਏ। ਉਹ ਮੇਰੇ ਛੋਟੇ ਭਰਾ
ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੱਦੀ ਦੇ ਕੇ ਗਏ ਹੈ। ਇਸ ਕਰਕੇ ਮੈਂ ਗੱਦੀ ਦਾ ਹੱਕਦਾਰ ਨਹੀਂ ਹਾਂ, ਗੱਦੀ ਦਾ ਵਾਰਸ ਨਹੀਂ ਹਾਂ, ਇਹ ਮੈਨੂੰ ਪਤਾ ਹੈ। ਤਉ ਅਦਕ ਮੈਂ ਜਗ ਬਖਿਆਤੀ। ਪਰ ਫਿਰ ਵੀ ਮੈਂ ਗੁਰੂ ਨਹੀਂ ਬਣਿਆ। ਮੇਰੀ ਮਾਨਤਾ ਤਾਂ ਜਗਤ ਵਿੱਚ ਜ਼ਿਆਦਾ ਹੈ ਨਾ। ਬਾਬਾ ਰਾਮ ਰਾਏ ਜੀ ਜਦੋਂ ਦਿੱਲੀ ਗੁਰਦੁਆਰਾ ਹੈ ਮਜਨੂ ਦਾ ਟਿੱਲਾ, ਪਹਿਲੀ ਪਾਤਸ਼ਾਹੀ ਮਹਾਰਾਜ ਉੱਥੇ ਆਏ ਸੀ। ਫਿਰ 6ਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਨੂੰ ਜਾਣ ਲੱਗਿਆ ਆਪਣੀ ਫੌਜ ਉੱਥੇ ਛੱਡ ਕੇ ਗਏ ਸੀ। ਉਹ ਸਥਾਨ ਜਮਨਾ ਦੇ ਕੰਢੇ ਤੇ ਹੈ। ਪਹਿਲੀ ਪਾਤਸ਼ਾਹੀ 6ਵੀਂ ਪਾਤਸ਼ਾਹੀ ਦਾ ਪੜਾਅ ਹੈ। ਦਿੱਲੀ 'ਚ ਸਿੱਖਾਂ ਦਾ ਉਹ ਕੇਂਦਰ ਹੋਇਆ ਕਰਦਾ ਸੀ ਕਦੀ। ਤੇ ਗੁਰੂ ਹਰਿਰਾਏ ਸਾਹਿਬ ਨੇ ਜਦੋਂ ਬਾਬਾ ਰਾਮ ਰਾਏ ਜੀ ਨੂੰ ਦਿੱਲੀ ਭੇਜਿਆ ਸੀ ਤੇ ਬਾਬਾ ਰਾਮ ਰਾਏ ਜੀ ਨੇ ਮਜਨੂ ਦੇ ਟਿੱਲੇ ਹੀ ਪੜਾਅ ਕੀਤਾ ਸੀ। ਮਜਨੂ ਦੇ ਟਿੱਲੇ 13,000 ਰੁਪਈਆ ਰੋਜ਼ ਦਾ ਔਰੰਗਜ਼ੇਬ ਖਰਚਾ ਭੇਜਦਾ ਸੀ। ਅੱਜ ਦਾ 13,000 ਨਹੀਂ, ਅੱਜ ਤੋਂ 400 ਸਾਲ ਪਹਿਲਾਂ 13,000 ਦੀ ਕੀ ਵੈਲਿਊ ਸੀ, ਤੁਸੀਂ ਅੰਦਾਜ਼ਾ ਲਾ ਲਓ। ਔਰੰਗਜ਼ੇਬ ਵੱਲੋਂ 13,000 ਬਾਬਾ ਜੀ ਦੇ ਘੋੜਿਆਂ ਦਾ, ਲੰਗਰ ਦਾ, ਸਾਰਾ ਜਿੰਨਾ ਖਰਚਾ ਸੀ ਉਹ ਭੇਜਦਾ ਸੀ। ਤੇ ਉਹਦੇ ਤੋਂ ਇਲਾਵਾ ਸੰਗਤਾਂ ਕਿੰਨੀਆਂ ਹੁੰਦੀਆਂ ਸੀ, ਹਜ਼ਾਰਾਂ ਸੰਗਤਾਂ। ਅਜੇ ਇੰਨੀ ਸੰਗਤ ਇਤਿਹਾਸ ਵਿੱਚ ਲਿਖਿਆ ਵੀ ਜਦੋਂ ਬਾਬਾ ਰਾਮ ਰਾਏ ਜੀ ਦਿੱਲੀ ਬੈਠੇ ਸੀ ਨਾ, ਉਹਨਾਂ ਕੋਲ ਇੰਨੀ ਸੰਗਤ ਸੀ, ਲੋਕ ਕਹਿੰਦੇ ਸੀ ਜਿੰਨੀ ਇਹਨਾਂ ਦੇ ਪੜਦਾਦੇ ਗੁਰੂ ਹਰਗੋਬਿੰਦ ਸਾਹਿਬ ਦੀ ਸੰਗਤ ਸੀ, ਇੰਨੀ ਕਹਿੰਦੇ ਇਹਨਾਂ ਦੀ ਸੰਗਤ ਹੋ ਗਈ। ਬਾਬੇ ਰਾਮ ਰਾਏ ਦੀ ਦਿੱਲੀ 'ਚ ਇੰਨੀ ਮਾਨਤਾ, ਇੰਨਾ ਚੜਾਵਾ, ਇੰਨੇ ਹਾਥੀ ਘੋੜੇ, ਇੰਨਾ ਵੱਡਾ ਪ੍ਰਬੰਧ ਹੋ ਗਿਆ ਸੀ ਵੀ ਜਿਵੇਂ ਰਾਜਾ ਮਹਾਰਾਜਿਆਂ ਦਾ ਹੁੰਦਾ। ਬਾਦਸ਼ਾਹ ਵੀ ਆ ਕੇ ਮੱਥਾ ਟੇਕਦਾ ਸੀ, ਹਿੰਦੂ ਮੁਸਲਮਾਨ ਸਾਰੇ ਝੁਕਦੇ ਸੀ। ਬਾਬੇ ਰਾਮ ਰਾਏ ਨੇ ਦਿੱਲੀ ਦੇ ਵਿੱਚ ਡੰਕਾ ਵਜਾ ਦਿੱਤਾ ਸੀ ਗੁਰਮਤਿ ਦਾ ਕਿ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਦੇ ਕਾਜੀ ਮੁਲਾਣੇ ਜਿਹੜੇ ਗੁਰੂ ਘਰ ਨਾਲ ਈਰਖਾ ਰੱਖਦੇ ਸੀ, ਸਾੜਾ ਰੱਖਦੇ ਸੀ ਨਾ, ਉਹ ਵੀ ਝੁਕ ਗਏ ਸੀ। ਉਹਨਾਂ ਦਾ ਵੀ ਸਿਰ ਨੀਵਾਂ ਕਰਤਾ ਸੀ। ਇਸ ਕਰਕੇ ਬਾਬਾ ਰਾਮ ਰਾਏ ਜੀ ਕਹਿੰਦੇ ਆ ਵੀ ਬੇਸ਼ੱਕ ਮੈਂ ਗੁਰੂ ਤੇ ਨਹੀਂ ਬਣਿਆ, ਪਰ ਮੇਰੀ ਮਾਨਤਾ ਤਾਂ ਘੱਟ ਕੋਈ ਨਹੀਂ ਨਾ। ਮੇਰੇ ਦੁਨੀਆ ਵਿੱਚ ਮੇਰਾ ਨਾਮ, ਮੇਰੀ ਪੋਜੀਸ਼ਨ ਬੜੀ ਵੱਡੀ ਹੈ। ਬ੍ਰਿੰਦ ਸੰਗਤਾਂ ਜੋ ਮੋਹ ਮਾਨਹ। ਲੱਖਾਂ ਲੋਕ ਨੇ ਜਿਹੜੇ ਮੈਨੂੰ ਗੁਰੂ ਮੰਨਦੇ ਨੇ, ਮੇਰੇ ਤੇ ਭਰੋਸਾ ਰੱਖਦੇ ਨੇ। ਸਭ ਤੇ ਅਦਕ ਹਿਰਦੇ ਪਹਿਚਾਨਹ। ਉਹ ਲੱਖਾਂ ਲੋਕ ਮੈਨੂੰ ਸਮਝਦੇ ਨੇ ਵੀ ਰਾਮ ਰਾਏ ਹੀ ਗੁਰੂ ਹੈ। ਮੇਰੀਆਂ ਕਰਾਮਾਤਾਂ ਵੇਖ ਕੇ, ਮੇਰੀਆਂ ਸ਼ਕਤੀਆਂ ਵੇਖ ਕੇ ਰਾਮ ਰਾਈਏ ਜਿਹੜੇ ਸਾਧ ਸੰਗਤ ਜੀ ਉਹ ਤਾਂ ਅਜੇ ਤੱਕ ਵੀ ਮੰਨਦੇ। ਤਾਂ ਬਾਬਾ ਰਾਮ ਰਾਏ ਜੀ ਸੋਚਦੇ ਆ ਵੀ ਮੈਨੂੰ ਮੰਨਣ ਵਾਲੇ ਲੱਖਾਂ ਹੀ ਲੋਕ ਹਨ, ਸ਼ਰਧਾਲੂ ਮੇਰੇ। ਜੇ ਮੈਂ ਗੁਰੂ ਗੋਬਿੰਦ ਸਿੰਘ ਜੀ ਕੋਲ ਪੌਂਟੇ ਸਾਹਿਬ ਜਾਵਾਂਗਾ ਤਾਂ ਮੇਰੇ ਸ਼ਰਧਾਲੂਆਂ ਦੀ ਸ਼ਰਧਾ ਘਟੇਗੀ ਮੇਰੇ ਤੋਂ। ਉਹ ਕਹਿਣਗੇ ਬਾਬਾ ਰਾਮ ਰਾਏ ਗੁਰੂ ਗੋਬਿੰਦ ਸਿੰਘ ਦੇ ਪੈਰੀ ਪੈ ਗਿਆ, ਆਪਾਂ ਵੀ ਗੁਰੂ ਗੋਬਿੰਦ ਸਿੰਘ ਦੇ ਕੋਲ ਚੱਲਦੇ ਆ, ਬਾਬੇ ਤੋਂ ਕੀ ਲੈਣਾ। ਜਿਹੜੀ ਮੇਰੀ ਮਾਨਤਾ ਹੈ, ਮੇਰਾ ਸਤਿਕਾਰ ਹੈ, ਉਹ ਘਟ ਜਾਏਗਾ। ਜੇ ਪਹੁੰਚੋ ਮੈਂ ਚੱਲ ਤਿਸ ਥਾਨ। ਜੇ ਮੈਂ ਪੌਂਟਾ ਸਾਹਿਬ ਜਾਂਦਾ ਹਾਂ 10ਵੇਂ ਪਾਤਸ਼ਾਹ ਦੇ ਦਰਸ਼ਨਾਂ ਲਈ, ਤਿਸ ਤੇ ਅਲਪ ਮੋਹਿ ਲੈ ਜਾਨ। ਤਾਂ ਮੈਨੂੰ ਛੋਟਾ ਸਮਝਣਗੇ ਤੇ 10ਵੇਂ ਪਾਤਸ਼ਾਹ ਨੂੰ ਲੋਕ ਵੱਡਾ ਸਮਝਣਗੇ। ਸਿੱਖ ਮਸੰਦ ਸੰਗਤਾਂ ਜੇਈ। ਜਿਹੜੀਆਂ ਸਿੱਖ ਸੰਗਤਾਂ ਮੈਨੂੰ ਮੰਨਦੀਆਂ ਨੇ, ਜਿਹੜਾ ਗੁਰੂ ਨਾਨਕ ਦੇ ਪੰਥ ਵਿੱਚ ਮੇਰਾ ਬੋਲਬਾਲਾ, ਮੇਰਾ ਸਤਿਕਾਰ ਹੈ, ਜਿਹੜੇ ਮਸੰਦ ਮੈਨੂੰ ਮੰਨਦੇ ਨੇ, ਮਿਲ ਮਿਲ ਕਰਹਿ ਵਿਚਾਰਨ ਤੇਈ। ਉਹ ਸਾਰੇ ਸੋਚਾਂ 'ਚ ਪੈ ਜਾਣਗੇ। ਹਾਂਜੀ, ਮਗ ਮਹਿ ਮੇਲ ਕਿਤੋਂ ਜੇ ਹੋਏ। ਹਾਂ, ਚੰਗਾ ਹੋਵੇ ਵੀ ਮੇਰਾ ਤੇ ਗੁਰੂ ਗੋਬਿੰਦ ਸਿੰਘ ਦਾ ਮਿਲਾਪ ਕਿਤੇ ਰਸਤੇ 'ਚ ਹੋ ਜਾਵੇ, ਆਉਂਦਿਆਂ ਜਾਂਦਿਆਂ, ਨਾ ਮੈਨੂੰ ਪੌਂਟਾ ਸਾਹਿਬ ਜਾਣਾ ਪਵੇ ਤੇ ਨਾ ਉਹ ਮੇਰੇ ਡੇਰੇ ਆਉਣ। ਕਿਉਂਕਿ ਜੇ ਉਹ ਮੇਰੇ ਡੇਰੇ ਆਉਂਦੇ ਨੇ ਤੇ ਉਹਨਾਂ ਦੀ ਪੋਜੀਸ਼ਨ ਵੀ ਘਟਦੀ ਹੈ। ਜੇ ਮੈਂ ਉਹਨਾਂ ਦੇ ਡੇਰੇ ਜਾਂਦਾ ਤਾਂ ਮੇਰੀ ਪੋਜੀਸ਼ਨ ਘਟਦੀ ਹੈ। ਚੰਗਾ ਹੋਵੇ ਵੀ ਕਿਤੇ ਤੀਸਰੀ ਥਾਂ ਤੇ ਸਾਡਾ ਦੋਵਾਂ ਦਾ, ਚਾਚੇ ਭਤੀਜਿਆਂ ਦਾ ਮਿਲਾਪ ਹੋ ਜਾਵੇ। ਨਿਜ ਨਿਜ ਥਲ ਤੇ ਚੱਲ ਦਿਸ਼ ਦੋਏ। ਮੈਂ ਇਧਰੋਂ ਚੱਲ ਪਵਾਂ ਦੇਹਰਾਦੂਨ ਤੋਂ ਤੇ 10ਵੇਂ ਪਾਤਸ਼ਾਹ ਮਹਾਰਾਜ ਪੌਂਟੇ ਸਾਹਿਬ ਤੋਂ ਚੱਲ ਪੈਣ ਤੇ ਅਸੀਂ ਕਿਤੇ ਰਸਤੇ 'ਚ ਮਿਲ ਪਈਏ ਤੇ ਬੜਾ ਹੀ ਚੰਗਾ ਹੋਵੇ। ਤਬ ਸਮਤਾ ਮੇਰੀ ਰਹਿ ਆਵੇ। ਇਹਦੇ 'ਚ ਮੇਰੀ ਵੀ ਇੱਜ਼ਤ ਰਹਿ ਜਾਏਗੀ ਤੇ ਉਹਨਾਂ ਦਾ ਵੀ ਸਤਿਕਾਰ ਬਣਿਆ ਰਹੇਗਾ। ਇਸ ਤਰੀਕੇ ਦਾ ਬਾਬਾ ਰਾਮ ਰਾਏ ਜੀ ਫੁਰਨਾ ਕਰਦੇ ਹਨ। ਹੋਏ ਮੇਲ ਸੰਸਾ ਨਾ ਉਠਾਵੇ। ਜੇ ਸਾਡਾ ਅਚਾਨਕ ਇਸ ਤਰ੍ਹਾਂ ਰਸਤੇ 'ਚ ਕਿਤੇ ਜੰਗਲ ਵਿੱਚ, ਕਿਤੇ ਇਕਾਂਤ ਥਾਂ ਤੇ, ਤੀਜੀ ਥਾਂ ਤੇ ਨਾ ਮੇਰੇ ਡੇਰੇ ਆਉਣ, ਜੇ ਮੇਰੇ ਡੇਰੇ ਆਉਂਦੇ ਨੇ 10ਵੇਂ ਪਾਤਸ਼ਾਹ ਤਾਂ ਉਹਨਾਂ ਦਾ ਸਤਿਕਾਰ ਘਟਦਾ ਹੈ।
ਮੈਂ ਉਹਨਾਂ ਦੇ ਡੇਰੇ ਜਾਂਦਾ ਤੇ ਮੇਰਾ ਸਤਿਕਾਰ ਘਟਦਾ। ਤੀਸਰੀ ਥਾਂ ਤੇ ਕਿਤੇ ਮੇਲ ਹੋਵੇ ਤੇ ਦੋਵਾਂ ਦੀ ਇੱਜ਼ਤ ਬਰਾਬਰ ਰਹਿ ਜਾਵੇਗੀ। ਇਮ ਵਿਚਾਰ ਕਰ ਪਠਿਓ ਮਸੰਦ। ਇਸ ਤਰ੍ਹਾਂ ਬਾਬੇ ਰਾਮ ਰਾਏ ਜੀ ਨੇ ਲੰਮੀ ਸੋਚ ਕੇ ਵਿਚਾਰ ਕੇ ਕਈ ਦਿਨ ਵਿਚਾਰਦੇ ਰਹੇ, ਸੋਚਦੇ ਰਹੇ। ਸੋਚਣ ਤੋਂ ਬਾਅਦ ਆਪਣੇ ਸਿਆਣੇ ਮਸੰਦ ਨੂੰ, ਜਿਹੜਾ ਉਹਨਾਂ ਦਾ ਖਾਸ ਇਤਵਾਰੀ ਬੰਦਾ ਸੀ, ਚੁੱਪ ਚਪੀਤੇ ਪੌਂਟਾ ਸਾਹਿਬ ਵੱਲ ਤੋਰ ਦਿੱਤਾ। ਦੇ ਕਰ ਤਿਸ ਹੈ ਸਮਾਜ ਬੁਲੰਦ। ਉਸ ਨੂੰ ਬਹੁਤ ਕੀਮਤੀ ਤੋਹਫੇ ਦੇ ਕੇ ਚੰਗੇ ਮਹਾਰਾਜ 10ਵੇਂ ਪਾਤਸ਼ਾਹ ਵਾਸਤੇ ਚੋਲੇ, ਬਸਤਰ, ਦਸਤਾਰੇ, ਮਾਇਆ ਦੇ ਗੱਫੇ ਰੱਖ ਕੇ ਤੇ ਨਾਲ ਬਹੁਤ ਸੋਹਣਾ ਫਲ ਫਰੂਟ ਦੇ ਕੇ ਸਿਆਣਾ ਮਸੰਦ ਤੋਰਿਆ ਵੀ ਜਾ ਪੌਂਟੇ ਸਾਹਿਬ 10ਵੇਂ ਪਾਤਸ਼ਾਹ ਨੂੰ ਮੇਰੇ ਵੱਲੋਂ ਮੱਥਾ ਟੇਕੀ ਤੇ ਉਹਨਾਂ ਨੂੰ ਆਖੀ ਵੀ ਬਾਬਾ ਰਾਮ ਰਾਏ ਜੀ ਤੁਹਾਨੂੰ ਮਿਲਣਾ ਚਾਹੁੰਦੇ ਨੇ, ਪਰ ਮਿਲਣਾ ਚਾਹੁੰਦੇ ਨੇ ਤੀਸਰੀ ਥਾਂ ਤੇ। ਨਾ ਦੇਹਰਾਦੂਨ ਵਿੱਚ ਤੁਸੀਂ ਆਓ ਤੇ ਨਾ ਮੈਂ ਪੌਂਟਾ ਸਾਹਿਬ ਆਵਾਂ, ਤੇ ਆਪਾਂ ਕਿਤੇ ਵੱਖਰੀ ਥਾਂ ਤੇ ਦੋਵੇਂ ਚਾਚਾ ਭਤੀਜਾ ਇਕੱਠੇ ਹੋ ਜਾਈਏ। ਬਸਤਰ ਵਿਭੂਖਨ ਨਰ ਸਮੁਦਾਇਆ। ਬਾਬੇ ਰਾਮ ਰਾਏ ਜੀ ਨੇ ਬਹੁਤ ਹੀ ਕੀਮਤੀ ਬਸਤਰ ਤੇ ਬਹੁਤ ਸੋਨੇ ਦੇ ਗਹਿਣੇ ਤੇ ਮਾਇਆ ਦੇ ਗੱਫੇ ਖੁੱਲੇ ਭੇਜੇ ਹਨ ਭੇਟਾ ਵਜੋਂ। ਸਕਲ ਭੇਵ ਕਹਿ ਤਬਹੁ ਪਠਾਇਆ। ਤੇ ਆਪਣੇ ਮਸੰਦ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਵੀ ਗੱਲ ਗੁਪਤ ਕਰੀ, ਓਪਨ ਗੱਲ ਨਹੀਂ ਕਰਨੀ, ਖੁੱਲੀ ਨਹੀਂ ਕਰਨੀ। 10ਵੇਂ ਪਾਤਸ਼ਾਹ ਦੇ ਨਾਲ ਹੀ ਗੱਲ ਕਰਨੀ ਹੈ, ਕਿਸੇ ਤੀਜੇ ਕੰਨ 'ਚ ਗੱਲ ਨਾ ਪਵੇ, ਬਹੁਤਾ ਰੌਲਾ ਨਾ ਪਵੇ, ਕਿਤੇ ਇਹ ਨਾ ਹੋਵੇ ਆਪਣੀ ਗੱਲ ਜਿਹੜੀ ਹੈ ਬਾਹਰ ਨਿਕਲ ਜਾਵੇ ਤੇ ਮੁਲਾਕਾਤ ਤੋਂ ਪਹਿਲਾਂ ਹੀ ਰੌਲਾ ਪੈ ਜਾਵੇ ਵੀ ਬਾਬਾ ਰਾਮ ਰਾਏ ਤੇ ਗੁਰੂ ਗੋਬਿੰਦ ਸਿੰਘ ਨਾਲ ਮੁਲਾਕਾਤਾਂ ਕਰਨੀਆਂ ਚਾਹੁੰਦਾ। ਇਸ ਕਰਕੇ ਬਾਬੇ ਰਾਮ ਰਾਏ ਨੇ ਬੰਦਾ ਬੜਾ ਸਿਆਣਾ ਭੇਜਿਆ ਹੈ। ਸੋ ਚਲ ਕਰ ਆਇਓ ਤਤਕਾਲਾ। ਦੇਹਰਾਦੂਨ ਤੋਂ ਸਾਧ ਸੰਗਤ ਜੀ 40 ਕਿਲੋਮੀਟਰ ਹੀ ਹੈ ਪੌਂਟਾ ਸਾਹਿਬ। ਉਹ ਬੰਦਾ ਉੱਥੋਂ ਚੱਲਿਆ ਤੇ ਸ੍ਰੀ ਪੌਂਟਾ ਸਾਹਿਬ ਛੇਤੀ ਨਾਲ ਆ ਗਿਆ। ਪਿੱਖੀ ਪਾਵਟੈ ਭੀਰ ਵਿਸਾਲਾ। ਜਦੋਂ ਉਹਦੇ ਮਸੰਦ ਨੇ ਆ ਕੇ ਪੌਂਟਾ ਸਾਹਿਬ ਵੇਖਿਆ, ਰੌਣਕਾਂ ਲੱਗੀਆਂ ਪਈਆਂ, ਕਿਤੇ ਫੌਜਾਂ ਦੇ ਘੋੜੇ ਵੱਜੇ ਨੇ, ਕਿਤੇ ਉਦਾਸੀ ਸਾਧਾਂ ਦੇ ਡੇਰੇ ਪਏ ਨੇ, ਕਿਤੇ ਪਠਾਣਾ ਦੀ ਫੌਜ ਬੈਠੀ ਹੈ, ਕਿਤੇ ਕੀਰਤਨ ਹੋ ਰਿਹਾ ਹੈ, ਕਿਤੇ ਕਥਾ ਹੋ ਰਹੀ ਹੈ। ਲੱਖਾਂ ਹੀ ਸੰਗਤਾਂ ਪੌਂਟੇ ਸਾਹਿਬ ਦਰਸ਼ਨਾਂ ਲਈ ਆਈਆਂ ਹੋਈਆਂ ਨੇ। ਦੂਰ ਦੂਰ ਲੋ ਸੁਪਟ ਤੁਰੰਗ। ਦੂਰ ਦੂਰ ਤਾਈਂ ਗੁਰੂ ਦੀ ਫੌਜ ਦੇ ਘੋੜੇ ਵੱਜੇ ਹੋਏ ਹਨ। ਉਤਰੇ ਧਰੇ ਸ਼ਸਤਰ ਨਿਜ ਅੰਗ। ਤੇ ਗੁਰੂ ਦੀ ਫੌਜ ਦੇ ਸਿਪਾਹੀ ਸ਼ਸਤਰ ਧਾਰੀ ਹੋ ਕੇ ਯੋਧੇ ਥਾਂ ਥਾਂ ਦੇ ਤੰਬੂਆਂ 'ਚ ਬੈਠੇ ਆ। ਕਿਤੇ ਸਿੱਖਾਂ ਦੀ ਫੌਜ ਹੈ, ਕਿਤੇ ਦਾਮਲੇ ਦੇ ਪਠਾਣਾਂ ਦੀ ਫੌਜ ਹੈ, ਤੇ ਕਿਤੇ ਸਾਧ ਸੰਗਤ ਜੀ ਉਦਾਸੀ ਸੰਤਾਂ ਦਾ ਡੇਰਾ ਹੈ। ਔਰ ਦਾਰ ਢਿਗ ਮਨੁਜ ਪਠਾਇਓ। ਮਹਾਰਾਜ ਦੇ ਆਲੇ ਦੁਆਲੇ ਹਜ਼ਾਰਾਂ ਲੋਕਾਂ ਦੀ ਭੀੜ ਵੇਖੀ ਪੌਂਟਾ ਸਾਹਿਬ, ਰੌਣਕਾਂ ਵੇਖੀਆਂ। ਮਸੰਦ ਦੀਆਂ ਤਾਂ ਅੱਖਾਂ ਹੀ ਖੁੱਲੀਆਂ ਰਹਿ ਗਈਆਂ। ਕਹਿਣ ਲੱਗਾ ਕਦੀ ਰਾਮ ਰਾਏ ਦਾ ਐਡਾ ਪ੍ਰਤਾਪ ਹੁੰਦਾ ਸੀ ਦਿੱਲੀ ਵਿੱਚ, ਹੁਣ ਨਹੀਂ ਰਿਹਾ। ਇਹ ਉਦੋਂ ਵੀ ਵੱਧ ਗਏ ਨੇ। ਇਹ ਤਾਂ ਇੰਜ ਲੱਗਦਾ ਜਿਵੇਂ 6ਵੇਂ ਪਾਤਸ਼ਾਹ ਦਾ ਟਾਈਮ ਮੁੜ ਕੇ ਆ ਗਿਆ ਹੋਵੇ। ਆਖੋ ਸਤਨਾਮ ਸ੍ਰੀ ਅਕਾਲ। ਗੁਰੂ ਘਰ ਦੇ ਵਿੱਚ ਜਾਂ ਮਹਾਰਾਜ 6ਵੇਂ ਪਾਤਸ਼ਾਹ ਦੇ ਸਮੇਂ ਇਹੋ ਜਿਹਾ ਪ੍ਰਤਾਪ ਹੋਇਆ, ਜਾਂ ਫਿਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਮੇਂ ਨਾ ਪ੍ਰਤਾਪ ਹੋਇਆ। ਬਾਬਾ ਰਾਮ ਰਾਏ ਜੀ ਦਾ ਪ੍ਰਤਾਪ ਦਿੱਲੀ ਜਦੋਂ ਰਹਿੰਦੇ ਸੀ ਉਦੋਂ ਬਹੁਤ ਸੀਗਾ। ਸੋ ਉਹ ਗੱਲ ਮਸੰਦ ਸੋਚਦਾ ਹੈ ਕਿ ਇਹ ਤਾਂ ਬਾਬੇ ਰਾਮ ਰਾਏ ਤੋਂ ਵੀ ਗਾਂ ਬਹੁਤ ਵੱਡੀ ਇਹਨਾਂ ਦੀ ਮਹਿਮਾ ਹੈ, ਵਡਿਆਈ ਹੈ। ਕਰੀਏ ਹੈ ਸੁਧ ਮਸੰਦ ਚਲ ਆਇਓ। ਤੇ ਫਿਰ ਉਹਨੇ ਜਾ ਕੇ ਜਿਹੜੇ ਗੁਰੂ ਘਰ ਦੇ ਡਿਊਟੀ ਤੇ ਸੇਵਾਦਾਰ ਖੜੇ ਹੁੰਦੇ ਨੇ, ਪਹਿਰੇਦਾਰ, ਉਹਨਾਂ ਨੂੰ ਮਿਲ ਕੇ ਕਿਹਾ, ਆਪਣਾ ਬੰਦਾ ਭੇਜਿਆ ਵੀ ਉਹ ਜਿਹੜੇ ਡਿਊਟੀਦਾਰ ਖੜੇ ਨੇ ਉਹਨਾਂ ਨੂੰ ਦੱਸੋ ਵੀ ਬਾਬਾ ਰਾਮ ਰਾਏ ਜੀ ਦਾ ਵੱਡਾ ਮਸੰਦ ਤੁਹਾਨੂੰ ਮਿਲਣ ਆਇਆ ਹੈ। ਸ਼੍ਰੀ ਕਲਗੀਧਰ ਸੁਣ ਕਰ ਕਹਿਓ। ਜਦੋਂ ਮਹਾਰਾਜ 10ਵੇਂ ਪਾਤਸ਼ਾਹ ਨੂੰ ਸਿੱਖਾਂ ਨੇ ਆ ਕੇ ਪਹਿਰੇਦਾਰਾਂ ਨੇ ਕਿਹਾ, ਮਹਾਰਾਜ ਬਾਬਾ ਰਾਮ ਰਾਏ ਜੀ ਸਤਿਗੁਰਾਂ ਦੇ ਸਾਹਿਬਜ਼ਾਦੇ 7ਵੇਂ ਪਾਤਸ਼ਾਹ ਜੀ ਦੇ, ਉਹਨਾਂ ਦੇ ਵੱਲੋਂ ਮਸੰਦ ਆਇਆ, ਆਪ ਜੀ ਨੂੰ ਮਿਲਣਾ ਚਾਹੁੰਦਾ ਹੈ। ਪ੍ਰਾਤ ਹਕਾਰ ਹੈ ਮਿਲਣ ਜੇ ਚਾਹਿਓ। ਮਹਾਰਾਜ ਕਲਗੀਧਰ ਕਹਿਣ ਲੱਗੇ ਜੇ ਮਿਲਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਸਤਿਕਾਰ ਨਾਲ ਵਧੀਆ ਘਰ ਕਮਰੇ ਵਿੱਚ ਰਿਹਾਇਸ਼ ਦਿਓ, ਲੰਗਰ ਪ੍ਰਸ਼ਾਦਾ ਛਕਾਓ। ਕੱਲ ਨੂੰ ਜਦੋਂ ਦੀਵਾਨ ਸਜੇਗਾ ਅਸੀਂ ਉਹਨਾਂ ਨੂੰ ਬੁਲਾਵਾਂਗੇ। ਨੰਦ ਚੰਦ ਸੋ ਹੁਕਮ ਬਖਾਨਾ। ਤੇ ਦੀਵਾਨ ਨੰਦ ਚੰਦ ਨੂੰ 10ਵੇਂ ਪਾਤਸ਼ਾਹ ਨੇ ਹੁਕਮ ਦਿੱਤਾ, ਸਭ ਸੁਧ ਲਿਹੋ ਖਾਨ ਅਰਪਾਨਾ। ਦੀਵਾਨ ਜੀ ਤੁਸੀਂ ਜਾਓ, ਜਿਹੜਾ ਵੀ ਮਸੰਦ ਆਇਆ ਹੈ ਉਹਨੂੰ ਬੜੀ ਇੱਜ਼ਤ ਦੇ ਨਾਲ, ਸਤਿਕਾਰ ਦੇ ਨਾਲ ਲੈ ਕੇ ਆਓ ਤੇ ਉਹਦਾ ਰਹਿਸ਼ ਦਾ ਬੰਦੋਬਸਤ ਕਰੋ, ਉਹਦਾ ਮੰਜਾ ਬਿਸਤਰਾ
ਕਮਰਾ ਵਧੀਆ ਦਿਓ, ਉਹਨੂੰ ਲੰਗਰ ਪ੍ਰਸ਼ਾਦ, ਉਹਦੇ ਘੋੜੇ ਆਏ ਨੇ, ਘੋੜਿਆਂ ਨੂੰ ਘਾਹ ਪੱਠਾ ਪਾਓ ਤੇ ਉਹਨਾਂ ਦੀ ਸੇਵਾ ਕਰੋ। तिसको कह डेरा करवायो। ਕਹਿ ਕੇ ਦੀਵਾਨ ਆਨੰਦ ਚੰਦ ਜੀ ਨੇ ਬੜੇ ਸੋਹਣੇ ਢੰਗ ਨਾਲ ਬਾਬੇ ਰਾਮ ਰਾਏ ਜੀ ਦੇ ਮਸੰਦ ਨੂੰ ਸਤਿਕਾਰ ਦੇ ਨਾਲ ਲਿਆਂਦਾ ਤੇ ਉਹਦਾ ਆਸਣ ਲਵਾਇਆ। बांछत एक बार पहुंचायो। ਜੋ ਵੀ ਚਾਹੀਦਾ ਸੀ, ਘੋੜਿਆਂ ਨੂੰ ਘਾਹ ਪੱਠਾ ਚਾਹੀਦਾ ਸੀ, ਔਰ ਲੰਗਰ ਪਾਣੀ ਦਾ ਬੰਦੋਬਸਤ, ਮੰਜੇ ਬਿਸਤਰੇ ਵਧੀਆ, ਜਲ ਪਾਣੀ, ਜੋ ਆਏਗੇ ਪ੍ਰਾਹੁਣਿਆਂ ਦੀ ਸੇਵਾ ਕਰੀਦੀ ਹੈ ਨਾ, ਉਹ ਦੀਵਾਨ ਆਨੰਦ ਚੰਦ ਜੀ ਨੇ ਕੀਤੀ ਹੈ। निशा बिताए कीन दरबारा। ਰਾਤ ਸਾਧ ਸੰਗਤ ਜੀ ਉਹ ਮਸੰਦ ਗੁਰੂ ਮਹਾਰਾਜ ਦੇ ਨਗਰ ਸ੍ਰੀ ਪੌਂਟਾ ਸਾਹਿਬ ਰਿਹਾ, ਬੜੇ ਸੁੱਖ ਨਾਲ ਸੁੱਤਾ, ਆਰਾਮ ਕੀਤਾ। ਉਹਦੇ ਨਾਲ 2-4 ਨੌਕਰ ਵੀ ਸਨ, ਘੋੜੇ ਸਾਂਭਣ ਵਾਲੇ ਹੋਰ ਹੁੰਦੇ ਨੇ। ਉਹ ਬੰਦੇ ਸਾਰੇ ਆਰਾਮ ਨਾਲ ਸੁੱਤੇ। ਰਾਤ ਪੌਂਟਾ ਸਾਹਿਬ ਗੁਜ਼ਾਰੀ। ਅਗਲੇ ਦਿਨ 10ਵੇਂ ਪਾਤਸ਼ਾਹ ਦਾ ਦਰਬਾਰ ਸਜਿਆ। दरस है संगत मिल हजारा। ਹਜ਼ਾਰਾਂ ਸੰਗਤਾਂ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਆਈਆਂ ਨੇ। लगे अकोरन के अंबारे। ਔਰ ਸੰਗਤਾਂ ਲਿਆ ਕੇ ਭੇਟਾਵਾਂ ਰੱਖ ਰਹੀਆਂ ਨੇ। ਕੋਈ ਮਹਾਰਾਜ ਦੇ ਦਰਬਾਰ 'ਚ ਚੰਗਾ ਸ਼ਸਤਰ ਭੇਟਾ ਕਰ ਰਿਹਾ ਹੈ ਤੇ ਕੋਈ ਮਹਾਰਾਜ ਦੇ ਚੰਗੇ ਵਸਤਰ ਲਿਆ ਕੇ ਭੇਟਾ ਕਰ ਰਿਹਾ ਹੈ। ਕੋਈ ਘੋੜੇ ਦੀ ਅਰਦਾਸ ਕਰਾ ਰਿਹਾ ਹੈ ਤੇ ਕੋਈ ਕਹਿ ਰਿਹਾ ਮਹਾਰਾਜਾ ਮੇਰਾ ਗੱਭਰੂ ਪੁੱਤਰ ਹੈ, ਇਹਨੂੰ ਆਪਣੀ ਫੌਜ 'ਚ ਭਰਤੀ ਕਰ ਲਓ। ਸੰਗਤਾਂ ਦੀਆਂ ਭੇਟਾਵਾਂ ਦੇ ਅੰਬਾਰ ਲੱਗ ਗਏ ਨੇ हरो मेवरो अर्ज गुजारो। ਤੇ ਅਰਦਾਸੀਆ ਮੇਵੜਾ ਖਲੋ ਕੇ ਸੰਗਤਾਂ ਦੀਆਂ ਅਰਦਾਸਾਂ ਕਰ ਰਿਹਾ ਹੈ। हे ਕਲਗੀਧਰ ਪਾਤਸ਼ਾਹ ਮਹਾਰਾਜ ਗਰੀਬ ਨਵਾਜ਼ ਜੀ, ਆ ਲਾਹੌਰ ਤੋਂ ਸੰਗਤ ਆਈ, ਆਪ ਜੀ ਦੇ ਚਰਨਾਂ 'ਚ ਘੋੜਾ ਲੈ ਕੇ ਆਈ ਹੈ। ਆ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਲਤਾਨ ਤੋਂ ਸੰਗਤ ਆਈ ਹੈ, ਇਹ ਮਾਇਆ ਲੈ ਕੇ ਆਈ ਹੈ। ਇਹ ਲੰਗਰ ਲਈ ਰਸਤਾ ਲੈ ਕੇ ਆਏ ਨੇ। ਸੱਚੇ ਪਾਤਸ਼ਾਹ ਆ ਬਸਤਰ ਲੈ ਕੇ ਆਏ ਨੇ। ਆ ਮਹਾਰਾਜ ਜੀ ਚੰਗਾ ਸ਼ਸਤਰ ਲੈ ਕੇ ਆਏ ਨੇ। ਇਦਾਂ ਅਰਦਾਸੀਆ ਸੰਗਤਾਂ ਦੀਆਂ ਅਰਦਾਸਾਂ ਕਰ ਰਿਹਾ ਹੈ। सुबटन को लाग्यो दीवान। ਯੋਧਿਆਂ ਦਾ ਦੀਵਾਨ ਲੱਗਾ ਹੋਇਆ। ਇੱਕ ਪਾਸੇ ਗੁਰੂ ਦੀਆਂ ਫੌਜਾਂ ਸ਼ਸਤਰਾਂ ਵਸਤਰਾਂ ਨਾਲ ਸਜੀਆਂ ਹੋਈਆਂ ਸੋਭਾ ਪਾ ਰਹੀਆਂ ਨੇ। बैठे पांचो भरात सुल्तान। ਮਹਾਰਾਜ 10ਵੇਂ ਪਾਤਸ਼ਾਹ ਜੀ ਦੀ ਭੂਆ ਦੇ ਪੁੱਤਰ ਪੰਜੇ ਭਰਾ 6.5 ਫੁੱਟੇ ਜਿਨ੍ਹਾਂ ਦੇ ਕੱਦ ਸਨ। ਭਾਈ ਸੰਗੋ ਸ਼ਾਹ, ਜੀਤਮਲ, ਮਾਰੀ ਚੰਦ, ਗੰਗਾ ਰਾਮ, ਗੁਲਾਬ ਰਾਏ ਆਪਣੇ ਨਾਨਾ ਗੁਰੂ ਹਰਗੋਬਿੰਦ ਸਾਹਿਬ ਦੀ ਤਰ੍ਹਾਂ ਹੀ ਜਵਾਨ ਸਨ। ਇਹ ਗੁਰੂ ਹਰਗੋਬਿੰਦ ਸਾਹਿਬ ਦੇ ਦੋਤਰੇ ਸਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਭਾਣਜੇ ਸਨ ਤੇ ਗੁਰੂ ਗੋਬਿੰਦ ਸਿੰਘ ਦੇ ਭਰਾ ਲੱਗਦੇ ਸਨ। ਸੱਚੇ ਪਾਤਸ਼ਾਹ ਦੇ ਦਰਬਾਰ 'ਚ ਸ਼ਸਤਰਾਂ ਨਾਲ ਸਜੇ ਬੈਠੇ ਹਨ। निकट कृपाल सो मातुल अह। ਔਰ ਸਭ ਤੋਂ ਵੱਡੇ ਸਿਆਣੇ ਸਤਿਕਾਰਯੋਗ ਮਾਮਾ ਕਿਰਪਾਲ ਚੰਦ ਜੀ, ਮਾਤਾ ਗੁਜਰੀ ਦੇ ਭਰਾ, ਉਹ ਬੈਠੇ ਹਨ। सिखन देश कृपाल कब लह। ਮਹਾਰਾਜ 10ਵੇਂ ਪਾਤਸ਼ਾਹ ਕਦੀ ਸੰਗਤਾਂ ਵੱਲ ਵੇਖਦੇ ਹਨ, ਸੰਗਤਾਂ ਦੇ ਕਿਰਪਾ ਦ੍ਰਿਸ਼ਟੀ ਕਰਦੇ ਹਨ ਤੇ ਕਿਰਪਾ ਦ੍ਰਿਸ਼ਟੀ ਕਰਕੇ ਸੰਗਤਾਂ ਦੇ ਦੁੱਖ ਦੂਰ ਕਰਦੇ ਹਨ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਵਿਦਾਰਿਓ। ਜਿਹਦੇ ਵੱਲ ਵੀ ਮਿਹਰ ਦੀ ਦ੍ਰਿਸ਼ਟੀ ਪੈਂਦੀ ਹੈ, 10ਵੇਂ ਪਾਤਸ਼ਾਹ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਉਹਦੇ ਜਨਮਾਂ ਜਨਮਾਂ ਦੇ ਦੁੱਖ ਕੱਟੇ ਜਾਂਦੇ ਹਨ। नंद चंद कर बंद बखाना। ਤਾਂ ਦੀਵਾਨ ਆਨੰਦ ਚੰਦ ਜੀ ਨੇ ਕਲਗੀਧਰ ਪਾਤਸ਼ਾਹ ਨੂੰ ਹੱਥ ਜੋੜ ਕੇ ਬੇਨਤੀ ਕੀਤੀ। नार श्री राम राय ठहराना। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਕੱਲ ਦੇ ਬਾਬਾ ਰਾਮ ਰਾਏ ਦੇ ਮਸੰਦ ਆਏ ਹੋਏ ਨੇ ਆਪ ਜੀ ਨੂੰ ਮਿਲਣ ਵਾਸਤੇ। ਉਹਨਾਂ ਨੂੰ ਰਾਤ ਦਾ ਆਸਣ ਲਵਾਇਆ ਹੋਇਆ ਹੈ। ਉਹਨਾਂ ਵਾਸਤੇ ਕੀ ਹੁਕਮ ਹੈ? ਉਹਨਾਂ ਨੂੰ ਬੁਲਾਈਏ, ਆਪ ਜੀ ਨਾਲ ਮੁਲਾਕਾਤ ਕਰਨੀ ਚਾਹੁੰਦੇ ਨੇ, ਉਹ ਮਸੰਦ ਮਿਲਣਾ ਚਾਹੁੰਦੇ ਨੇ। हुक्म होए तिस देह बुलाए। ਸਤਿਗੁਰੂ ਜੀ ਨੇ ਹੁਕਮ ਦੇਣਾ ਤਾਂ ਅਸੀਂ ਬੁਲਾਣਾ, ਆਪ ਹੁਕਮ ਕਰੋਗੇ ਤੇ ਬੁਲਾ ਲਵਾਂਗੇ। परस है चरण कमल को आए। ਉਹ ਆ ਕੇ ਆਪ ਦੇ ਦਰਸ਼ਨ ਕਰ ਲਵੇ। ਮਹਾਰਾਜ ਤੁਸੀਂ ਰਾਤ ਕਿਹਾ ਸੀ ਪਾਤਸ਼ਾਹ ਜੀ ਵੀ ਕੱਲ ਨੂੰ ਮਿਲਾਂਗੇ, ਤੇ ਉਹ ਵਿਚਾਰਾ ਬੈਠਾ ਉਡੀਕ ਰਿਹਾ ਹੈ ਮਸੰਦ। आयस दई हकारो ताहे। ਦੀਵਾਨ ਆਨੰਦ ਚੰਦ ਦੀ ਬੇਨਤੀ ਸੁਣ ਕੇ ਮਹਾਰਾਜ ਨੇ ਆਗਿਆ ਦਿੱਤੀ ਵੀ ਬੁਲਾ ਲਓ ਮਸੰਦ ਨੂੰ, ਜਿਹੜਾ ਦੇਹਰਾਦੂਨ ਤੋਂ ਆਇਆ ਹੈ। भेजियो शरीदार तिस पाहे। ਤੇ ਇਹ ਸੁਣ ਕੇ ਛੜੀਦਾਰ, ਜਿਹੜੇ ਚੋਬਦਾਰ ਖੜੇ ਹੁੰਦੇ ਨਾ ਗੁਰੂ ਦਰਬਾਰ ਵਿੱਚ, ਉਹ ਚੋਬਦਾਰ ਨੂੰ ਭੇਜਿਆ ਹੈ, ਕਿਉਂਕਿ ਚੋਬਦਾਰ ਬੁਲਾਉਣ ਜਾਂਦੇ ਹੁੰਦੇ ਸੀ। ਰਾਜਾ ਮਹਾਰਾਜਿਆਂ ਵਾਲਾ ਸਤਿਗੁਰਾਂ ਦਾ ਵਰਤਾਰਾ ਸੀਗਾ, ਮਰਜ਼ਾਦਾ ਸੀ।
ਤੇ ਮਹਾਰਾਜ ਨੇ ਛੜੀਦਾਰ ਨੂੰ ਭੇਜਿਆ ਵੀ ਜਾ ਉਹ ਬਾਬਾ ਰਾਮ ਰਾਏ ਦਾ ਜਿਹੜਾ ਮਸੰਦ ਆਇਆ ਹੈ ਉਹਨੂੰ ਦੱਸ ਵੀ 10ਵੇਂ ਪਾਤਸ਼ਾਹ ਦਾ ਦਰਬਾਰ ਲੱਗ ਚੁੱਕਾ, ਚੱਲ ਕੇ ਦਰਸ਼ਨ ਕਰ ਲਵੋ। ਸੁਨ ਮਸੰਦ ਨਰ ਬ੍ਰਿੰਦ ਸਮੇਤ। ਸਾਧ ਸੰਗਤ ਜੀ ਉਹ ਮਸੰਦ ਸੁਣ ਕੇ ਆਪਣੇ ਨਾਲ ਜਿਹੜੇ 5-4 ਬੰਦੇ ਸੀ ਉਹਨਾਂ ਨੂੰ ਲੈ ਕੇ ਗੁਰੂ ਸਾਹਿਬ ਵਾਸਤੇ ਬੜੀਆਂ ਵਧੀਆ ਵਧੀਆ ਸੁਗਾਤਾਂ ਤੋਹਫੇ ਜਿਹੜੇ ਗਿਫਟ ਭੇਜੇ ਸਨ ਨਾ ਬਾਬਾ ਰਾਮ ਰਾਏ ਨੇ ਉਹ ਲੈ ਕੇ ਚੱਲਿਆ ਹੈ। ਪਹੁੰਚਿਓ ਦਰਸ਼ਨ ਲੈਬੇ ਹੇਤ। ਸ੍ਰੀ ਕਲਗੀਧਰ ਪਾਤਸ਼ਾਹ ਦੇ ਦਰਸ਼ਨਾਂ ਲਈ ਮਸੰਦ ਆਇਆ ਹੈ। ਸਭਾ ਸੁਧਰਮਾ ਕੇ ਸਮਹੇਰੀ। ਅੱਗੇ ਵੇਖਿਆ ਦੇਵਤਿਆਂ ਵਰਗੀ ਸਭਾ ਲੱਗੀ ਹੋਈ ਹੈ। ਕਹਿੰਦੇ ਜੈਸੀ ਦੇਵਤਿਆਂ ਦੀ ਸਭਾ ਹੁੰਦੀ ਹੈ ਨਾ ਐਸੀ ਕਲਗੀਧਰ ਪਾਤਸ਼ਾਹ ਦੀ ਸਭਾ ਦੀਵਾਨ ਸਜਿਆ ਹੋਇਆ ਹੈ। ਸੁਰ ਸਿੱਖਨ ਤੇ ਸ਼ੁਭ ਸਿਸ ਤੇਰੀ। ਜਦੋਂ ਸਿੱਖਾਂ ਤੋਂ ਸੁਣਿਆ ਸੀ ਅੱਜ ਵੇਖ ਲਿਆ ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਢੀਠ ਵਿਛੜਿਆ ਮਿਲੈ ਪ੍ਰਭੂ ਹਰ ਦਰਗਾਹ ਕਾ ਬਸੀਠ। ਐਸਾ ਦਰਬਾਰ 10ਵੇਂ ਪਾਤਸ਼ਾਹ ਦਾ ਤੱਕਿਆ ਹੈ। ਇੰਦਰ ਮਨਿੰਦ ਪ੍ਰਤਾਪ ਬੁਲੰਦ। ਦੀਵਾਨ ਵਿੱਚ ਆ ਕੇ ਜਦੋਂ ਪਾਤਸ਼ਾਹ ਦੀ ਸਭਾ ਵੇਖੀ ਸੁੰਦਰ ਸੋਨੇ ਦੀਆਂ ਤਾਰਾਂ ਵਾਲਾ ਸੋਹਣਾ ਚੰਦੋਆ ਸੀਸ ਤੇ ਲੱਗਾ ਹੋਇਆ ਸੀ, ਬੜਾ ਵੱਡਾ ਸ਼ਾਹੀ ਸਿੰਘਾਸਨ ਬਣਿਆ ਹੋਇਆ ਸੀ, ਉਹਦੇ ਤੇ ਬਾਜਾਂ ਵਾਲੇ ਕਲਗੀਆਂ ਵਾਲੇ ਪਾਤਸ਼ਾਹ ਸਜ ਧਜ ਕੇ ਸ਼ਸਤਰਾਂ ਬਸਤਰਾਂ ਨਾਲ ਬੱਬਰ ਸ਼ੇਰ ਦੀ ਤਰ੍ਹਾਂ ਸੁਭਾਏਮਾਨ ਸਨ। ਕਹਿੰਦੇ ਇੰਜ ਲੱਗਿਆ ਜਿਵੇਂ ਇੰਦਰ ਦੀ ਸਭਾ ਲੱਗੀ ਹੋਵੇ। ਸ੍ਰੀ ਗੋਬਿੰਦ ਸਿੰਘ ਦਿਪਤ ਮੁਕੰਦ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਏਦਾਂ ਚਮਕ ਰਹੇ ਸਨ ਜਿਵੇਂ ਦੇਵਤਿਆਂ ਦੀ ਸਭਾ 'ਚ ਰਾਜਾ ਇੰਦਰ ਬੈਠਾ ਹੁੰਦਾ ਹੈ। ਕਦਮ ਪਦਮ ਕੋ ਬੰਦਨ ਕੀਨ। ਆ ਕੇ ਉਸ ਮਸੰਦ ਨੇ ਮਹਾਰਾਜ 10ਵੇਂ ਪਾਤਸ਼ਾਹ ਦੇ ਚਰਨ ਕਮਲਾਂ ਤੇ ਮੱਥਾ ਟੇਕਿਆ। ਬੈਠ ਸੁਮੁਖ ਸ਼ੁਭ ਦਰਸ਼ਨ ਲੀਨ। ਔਰ ਸਤਿਗੁਰਾਂ ਦੇ ਸਾਹਮਣੇ ਬੈਠ ਗਿਆ, ਹੱਥ ਜੋੜ ਕੇ ਦਰਸ਼ਨ ਕੀਤੇ, ਨਿਹਾਲ ਹੋ ਗਿਆ। ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਰੋਮ ਰੋਮ ਖਿੜ ਗਿਆ ਦਰਸ਼ਨ ਕਰਕੇ। ਪਾਖ ਬੂਝ ਨਿਜ ਅਰਜ ਗੁਜਾਰੀ। ਸਤਿਗੁਰੂ ਜੀ ਨੇ ਹਾਲ ਚਾਲ ਪੁੱਛਿਆ, ਠੀਕ ਹੋ ਬਾਬਾ ਜੀ? ਠੀਕ ਨੇ, ਸਾਰਾ ਤੁਹਾਡਾ ਡੇਰਾ ਠੀਕ ਹੈ? ਜਦੋਂ ਹਾਲ ਚਾਲ ਪੁੱਛਿਆ ਫਿਰ ਉਹਨੇ ਆਪਣੀ ਜਿਹੜੀ ਗੱਲ ਕਰਨੀ ਸੀ ਉਹਨੇ ਫਿਰ ਬੇਨਤੀ ਕੀਤੀ। ਮੋਹੇ ਪਠਾਇਸ ਪਾਏ ਅਗਾਰੀ। ਸੱਚੇ ਪਾਤਸ਼ਾਹ ਜੀ ਗਰੀਬ ਨਵਾਜ਼ ਸਤਿਗੁਰੂ ਜੀ ਮੈਨੂੰ ਬਾਬਾ ਰਾਮ ਰਾਏ ਜੀ ਨੇ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਨ ਲਈ ਭੇਜਿਆ ਹੈ। ਹਿਰਦੇ ਪ੍ਰੇਮ ਤਰ ਗੁਰੂ ਹਮਾਰੇ। ਸਾਡੇ ਗੁਰੂ ਬਾਬਾ ਰਾਮ ਰਾਏ ਜੀ ਨੇ ਬੜੇ ਪ੍ਰੇਮ ਨਾਲ ਬੜੀ ਸ਼ਰਧਾ ਨਾਲ ਆਪ ਜੀ ਦੇ ਦਰਸ਼ਨਾਂ ਦੀ ਇੱਛਾ ਕੀਤੀ ਹੈ। ਮਿਲਵੇ ਕੀ ਬਾਂਛਾ ਮਨ ਧਾਰੇ। ਬਾਬਾ ਰਾਮ ਰਾਏ ਜੀ ਜਦੋਂ ਦੀ ਆਪ ਜੀ ਦੀ ਸੋਭਾ ਸੁਣਦੇ ਹਨ ਉਹਨਾਂ ਨੂੰ ਪਤਾ ਲੱਗਾ ਹੈ ਕਿ ਆਪ ਜੀ ਸਾਡੇ ਨੇੜੇ ਆ ਗਏ ਉਪੌਂਡੇ ਵਿੱਚ, ਤਾਂ ਬਾਬਾ ਰਾਮ ਰਾਏ ਜੀ ਉਸ ਦਿਨ ਤੋਂ ਹੀ ਤੁਹਾਨੂੰ ਮਿਲਣਾ ਚਾਹੁੰਦੇ ਹਨ। ਆਏ ਨ ਸਕਹਿ ਪਾਵਟਾ ਪੁਰ ਮੈਂ। ਪਰ ਮਹਾਰਾਜ ਉਹਨਾਂ ਦੀ ਦਿੱਕਤ ਹੈ, ਸਮੱਸਿਆ ਹੈ ਕਿ ਉਹ ਸ੍ਰੀ ਪੌਂਟਾ ਸਾਹਿਬ ਆਪ ਜੀ ਦੇ ਕੋਲ ਨਹੀਂ ਆ ਸਕਦੇ। ਦਰਸਹਿ ਅਨੰਤ ਥਾਨ ਇਹ ਉਰ ਮੈਂ। ਉਹਨਾਂ ਦੇ ਮਨ ਵਿੱਚ ਇਹ ਹੈ ਵੀ ਕਿਸੇ ਹੋਰ ਥਾਂ ਤੇ ਮੁਲਾਕਾਤ ਕੀਤੀ ਜਾਵੇ, ਜਿੱਥੇ ਗੁਰੂ ਸਾਹਿਬ ਹੋਣ ਤੇ ਤੁਸੀਂ ਬਾਬਾ ਜੀ ਹੋਣ। ਇਹ ਸਾਡੀ ਬਾਬਾ ਰਾਮ ਰਾਏ ਜੀ ਦੀ ਮਨਸਾ ਹੈ। ਕੇਤੇ ਕਾਰਨ ਕਰਹਿ ਵਿਚਾਰਨ। ਪਤਾ ਨਹੀਂ ਕਿਹੜੇ ਕਾਰਨ ਹਨ, ਕਈ ਕਾਰਨ ਹਨ ਜਿਨ੍ਹਾਂ ਉੱਤੇ ਬਾਬਾ ਰਾਮ ਰਾਏ ਜੀ ਵਿਚਾਰ ਕਰਦੇ ਹਨ। ਸੋ ਮੋਹਿ ਢਿਗ ਨਹਿ ਕੀਨ ਉਚਾਰਨ। ਮੈਨੂੰ ਨਹੀਂ ਦੱਸੇ ਉਹਨਾਂ ਨੇ, ਉਹ ਹੀ ਜਾਣਦੇ ਨੇ, ਵੱਡਿਆਂ ਦੀਆਂ ਵੱਡੀਆਂ ਗੱਲਾਂ ਹੁੰਦੀਆਂ ਮਹਾਰਾਜ। ਮੈਂ ਨਹੀਂ ਦੱਸ ਸਕਦਾ ਵੀ ਬਾਬਾ ਰਾਮ ਰਾਏ ਜੀ ਕਿਉਂ ਨਹੀਂ ਪੌਂਟਾ ਸਾਹਿਬ ਆਉਣਾ ਚਾਹੁੰਦੇ, ਪਰ ਉਹ ਚਾਹੁੰਦੇ ਆ ਵੀ ਆਪ ਜੀ ਨਾਲ ਮੁਲਾਕਾਤ ਹੋਵੇ। ਚਾਹਤ ਰਹਿਤ ਰਿਤ ਹੇਤ ਸਹਿਤ ਹੈ। ਬਾਬਾ ਜੀ ਚਾਹੁੰਦੇ ਰਹਿੰਦੇ, ਹਰ ਵੇਲੇ ਮਨੋਂ ਚਾਹੁੰਦੇ ਆ, ਦਿਲੋਂ ਚਾਹੁੰਦੇ ਆ ਵੀ ਉਹਨਾਂ ਦੀ ਸਤਿਗੁਰੂ 10ਵੇਂ ਪਾਤਸ਼ਾਹ ਜੀ ਨਾਲ, ਚਾਚਾ ਜੀ ਨਾਲ ਮੁਲਾਕਾਤ ਹੋਣੀ ਜ਼ਰੂਰੀ ਹੈ। ਇਤ ਆਵਨ ਚਿਤ ਮਹਿ ਨ ਲਹਤ ਹੈ। ਪਰ ਇੱਥੇ ਆਉਣ ਦਾ ਹੌਸਲਾ ਨਹੀਂ ਕਰਦੇ, ਇੱਥੇ ਨਹੀਂ ਪਸੰਦ ਕਰਦੇ। ਉਹ ਕਹਿੰਦੇ ਆ ਵੀ ਪੌਂਟਾ ਸਾਹਿਬ ਨਹੀਂ ਜਾਣਾ, ਪਰ ਮਿਲਣਾ ਜ਼ਰੂਰ ਹੈ 10ਵੇਂ ਪਾਤਸ਼ਾਹ ਨੂੰ। ਛੱਡੋ ਅਖੇਰ ਹੇਤ ਉਤ ਦਿਸ ਮੈਂ। ਕਿਉਂਕਿ ਉਹਨਾਂ ਨੂੰ ਪਤਾ ਲੱਗਾ ਕਿ ਤੁਸੀਂ ਸ਼ਿਕਾਰ ਖੇਡਣ ਕਈ ਵਾਰੀ ਦੇਹਰਾਦੂਨ ਵਾਲੇ ਪਾਸੇ ਵੀ ਜਾਂਦੇ ਹੋ। ਸੁਧ ਦੇਹ ਆਵਹਿ ਇਸੀ ਦਿਵਸ ਮੈਂ। ਤੇ ਜੇ ਖਬਰ ਦਿਓ ਆਪ ਜੀ ਨੇ ਕਿਹੜੇ ਦਿਨ ਆਉਣਾ ਹੈ, ਦੇਹਰਾਦੂਨ ਵਾਲੇ ਪਾਸੇ ਸ਼ਿਕਾਰ ਖੇਡਣ ਆਉਣਾ ਹੋਵੇ ਤੇ ਬਾਬਾ ਰਾਮ ਰਾਏ ਜੀ ਵੀ ਉਧਰੋਂ ਸ਼ਿਕਾਰ ਦੇ ਬਹਾਨੇ ਆ ਜਾਣਗੇ।
ਤੇ ਕਿਤੇ ਰਸਤੇ ਵਿੱਚ ਜੰਗਲ ਵਿੱਚ ਮੁਲਾਕਾਤ ਕਰ ਲਵਾਂਗੇ। ਵਹਿਰ ਮੇਲ ਕਰ ਨਿਜ ਕਰ ਜਾਹੇ। ਤੇ ਬਾਹਰੋਂ ਬਾਹਰ ਮੁਲਾਕਾਤ ਕਰਕੇ ਉਹ ਵਾਪਸ ਦੇਹਰਾਦੂਨ ਚਲੇ ਜਾਣਗੇ ਤੇ ਕਰੀਬਨ ਅੱਜ ਤੁਸੀਂ ਵਾਪਸ ਪੌਂਟੇ ਆ ਜਾਇਆ ਜੇ। ਕਹਿਬੋ ਸੁਨਬੋ ਤਹਿ ਹੋਏ ਜਾਏ। ਜਿਹੜੀ ਗੱਲਬਾਤ ਕਰਨੀ ਹੈ ਉੱਥੇ ਚੁੱਪ ਚਪੀਤੇ ਹੋ ਜਾਵੇਗੀ, ਬਹੁਤਾ ਰੌਲਾ ਵੀ ਨਹੀਂ ਪਵੇਗਾ ਤੇ ਆਪਣੀ ਮੁਲਾਕਾਤ ਪੱਕੀ ਹੋ ਜਾਵੇਗੀ। ਨਹਿ ਨਿਸ ਬਿਸਬੇ ਨਿਤ ਕੋ ਆਛੈ। ਕਹਿੰਦੇ ਨਹਿ ਨਿਸ ਬਸਬੇ ਨਿਤ ਕੋ ਆਸੈ। ਕਹਿੰਦੇ ਰੋਜ਼ ਰਾਤ ਰਹਿਣਾ, ਦਿਨ ਰਹਿਣਾ, ਮਿਲਣਾ, ਇੱਥੇ ਆਣਾ ਜਾਣਾ ਨਹੀਂ, ਬਸ ਇੱਕ ਘੜੀ ਦੋ ਘੜੀ ਦੀ ਮੁਲਾਕਾਤ ਜ਼ਰੂਰੀ ਹੈ। ਨਹਿ ਸਮੁਦਾਇ ਹੋਏ ਸਿੱਖ ਪਾਸੈ। ਇੱਕ ਇਹ ਵੀ ਹੈ ਵੀ ਬਹੁਤੇ ਸਿੱਖ ਨਾ ਲੈ ਕੇ ਆਇਆ ਜੇ ਨਾਲ, ਤੁਸੀਂ ਵੀ ਆਪਣੇ ਚੋਣਵੇਂ ਬੰਦੇ ਨਾਲ ਲਿਆਇਆ ਜੇ ਤੇ ਬਾਬਾ ਰਾਮ ਰਾਏ ਜੀ ਵੀ ਆਪਣੇ ਨਾਲ ਚੋਣਵੇਂ ਬੰਦੇ ਲਿਆਉਣਗੇ ਜਿਨ੍ਹਾਂ ਨੂੰ ਖਾਸ ਤੁਸੀਂ ਆਪਣਾ ਸਮਝੋ, ਉਹਨਾਂ ਨੂੰ ਲੈ ਆਓ ਜਿਹੜਾ ਭੇਦ ਸਾਡਾ ਤੁਹਾਡਾ ਬਾਹਰ ਨਾ ਕੱਢਣ। ਨਹਿ ਬਹੁ ਬਤਹ ਜਗ ਕੇ ਮਹੀਆ। ਇਹ ਗੱਲ ਜਿਹੜੀ ਤੁਹਾਡੀ ਸਾਡੀ ਮੁਲਾਕਾਤ ਦੀ ਹੈ ਦੁਨੀਆ 'ਚ ਬਹੁਤੀ ਪ੍ਰਚਲਿਤ ਨਹੀਂ ਹੋਣੀ ਚਾਹੀਦੀ, ਬਹੁਤਾ ਰੌਲਾ ਨਹੀਂ ਪੈਣਾ ਚਾਹੀਦਾ ਵੀ ਬਾਬੇ ਰਾਮ ਰਾਏ ਜੀ ਤੇ ਗੁਰੂ ਗੋਬਿੰਦ ਸਿੰਘ ਦੀ ਮੀਟਿੰਗ ਹੋਈ ਹੈ, ਇਹਦਾ ਮਹਾਰਾਜ ਪਤਾ ਨਾ ਲੱਗੇ, ਚੁੱਪ ਚਪੀਤੇ ਗੁਪਤ ਹੀ ਸਾਡੀ ਮੀਟਿੰਗ ਹੋਵੇ। ਮੁਲਾਕਾਤ ਇਸ ਬਿਦ ਕੀ ਚਾਹੀਆ। ਏਦਾਂ ਦੀ ਮੁਲਾਕਾਤ ਬਾਬਾ ਰਾਮ ਰਾਏ ਜੀ ਚਾਹੁੰਦੇ ਨੇ, ਚਾਹੁੰਦੇ ਜ਼ਰੂਰ ਨੇ, ਹਰ ਵੇਲੇ ਚਾਹੁੰਦੇ ਨੇ, ਪਰ ਉਹਨਾਂ ਨੂੰ ਇੱਕੋ ਹੀ ਦਿੱਕਤ ਹੈ ਵੀ ਉਹ ਸ਼ਰੇਆਮ ਨਹੀਂ ਮਿਲਣਾ ਚਾਹੁੰਦੇ, ਚੁੱਪ ਚਪੀਤੇ ਮਿਲਣਾ ਚਾਹੁੰਦੇ ਹੈ। ਹੋਏ ਮਸੰਦ ਇਮ ਨਿਕਟ ਬਖਾਨੀ। ਇਹ ਮਸੰਦ ਨੇ ਬੜੀ ਹੌਲੇ ਹੌਲੇ ਮਹਾਰਾਜ ਦੇ ਕੋਲ ਹੋ ਕੇ ਕੰਨ ਦੇ ਗੱਲ ਕਹੀ, ਕਿਉਂਕਿ ਉਹ ਵੀ ਉੱਥੇ ਵੀ ਸੋਚਦਾ ਸੀ ਵੀ ਜੇ ਇੱਥੇ ਹੀ ਰੌਲਾ ਪੈ ਗਿਆ ਆਲੇ ਦੁਆਲੇ ਸਿੱਖਾਂ ਨੂੰ ਤੇ ਕੰਨੋਂ ਕੰਨੀ ਗੱਲ ਨਿਕਲ ਜਾਂਦੀ ਹੈ। ਉਹਨੇ ਇਹ ਨਹੀਂ ਗੱਲ ਵੀ ਜਿਹੜੀ ਮਹਾਰਾਜ ਨੂੰ ਕਹਿਣੀ ਸੀ ਨਾ, ਉਹ ਗੁਰੂ ਸਾਹਿਬ ਦੇ ਪਲੰਗ ਦੇ ਨੇੜੇ ਹੋ ਕੇ ਬੜੇ ਨਿਮਰਤਾ ਨਾਲ, ਮਹਾਰਾਜ ਆਹ ਬੇਨਤੀ ਹੈ ਬਈ ਬਾਬਾ ਜੀ ਮਿਲਣਾ ਤੇ ਚਾਹੁੰਦੇ ਆ, ਪਰ ਉਹ ਕਹਿੰਦੇ ਆ ਵੀ ਅਸੀਂ ਪੌਂਟਾ ਸਾਹਿਬ ਨਹੀਂ ਆਉਂਦੇ ਤੇ ਤੁਸੀਂ ਵੀ ਦੇਹਰਾਦੂਨ ਨਹੀਂ ਆ ਸਕਦੇ, ਤੇ ਆਪਾਂ ਕਿਤੇ ਰਸਤੇ ਵਿੱਚ ਤੀਜੀ ਥਾਂ ਤੇ ਮੁਲਾਕਾਤ ਕਰ ਲਈਏ। ਆਪ ਜੀ ਸ਼ਿਕਾਰ ਦੇ ਬਹਾਨੇ ਕਿਤੇ ਉਧਰ ਗੇੜਾ ਮਾਰ ਜਾਓ ਤੇ ਬਾਬਾ ਜੀ ਵੀ ਇੱਧਰ ਆ ਜਾਣਗੇ ਨੇੜੇ, ਤੇ ਰਸਤੇ ਵਿੱਚ ਕਿਤੇ ਜੰਗਲ ਵਿੱਚ ਮੁਲਾਕਾਤ ਕਰ ਲਈਏ। ਇਹ ਜਦੋਂ ਗੱਲ ਮਸੰਦ ਨੇ ਦਬੀ ਜੀ ਜ਼ੁਬਾਨ ਨਾਲ ਹੌਲੇ ਹੌਲੇ ਸਤਿਗੁਰਾਂ ਨੂੰ ਦੱਸੀ, ਗੁਰ ਅਰ ਗੁਰ ਮਾਤੁਲ ਸੁਨ ਕਾਨੀ। ਬਸ ਜਾਂ ਤਾਂ ਮਹਾਰਾਜ ਕਲਗੀਧਰ ਜੀ ਸੁਣ ਰਹੇ ਸੀ ਤੇ ਨਾਲ ਖੋੜੇ ਮਾਮਾ ਜੀ ਕਿਰਪਾਲ ਚੰਦ ਜੀ ਸੁਣ ਰਹੇ ਸੀ, ਨਹੀਂ ਅਪਰ ਕੋ ਕੀਨ ਸੁਨਾਵਨ। ਹੋਰ ਤੀਜੇ ਚੌਥੇ ਕੰਨ 'ਚ ਨਹੀਂ ਗੱਲ ਪਈ। ਇੱਕ ਮਹਾਰਾਜ ਨੇ ਸੁਣੀ ਮਸੰਦ ਦੀ ਗੱਲ, ਉਹਨੇ ਹੌਲੇ ਹੌਲੇ ਗੱਲ ਕੀਤੀ, ਤੇ ਇੱਕ ਮਾਮਾ ਕਿਰਪਾਲ ਜੀ ਨੇ ਸੁਣੀ। ਸਨੇ ਸਨੇ ਸਭ ਕੀਨ ਬਤਾਵਨ। ਤੇ ਸਾਰੀ ਗੱਲ ਉਹਨੇ ਹੌਲੇ ਹੌਲੇ, ਬੰਦਾ ਸੀ ਗੱਲ ਦਾ ਉਹਨੂੰ ਢੰਗ ਸੀਗਾ, ਕਿਉਂਕਿ ਬਾਬੇ ਰਾਮ ਰਾਏ ਦੇ ਕੋਲ ਜਿਹੜੇ ਮਸੰਦ ਸੀ ਨਾ, ਇਹ ਵੀ ਸਾਧ ਸੰਗਤ ਜੀ ਗੁਰੂ ਘਰ ਦੇ ਪੁਰਾਣੇ ਹੀ ਸੇਵਾਦਾਰ ਸੀ। ਜਿਵੇਂ ਭਾਈ ਬਹਿਲੋ ਗੁਰਦਾਸ, ਜਿਹੜਾ ਭਾਈ ਬਹਿਲੋ ਸਭ ਤੋਂ ਪਹਿਲੋਂ ਪੰਜਵੇਂ ਪਾਤਸ਼ਾਹ ਮਹਾਰਾਜ ਦਾ ਬ੍ਰਹਮ ਗਿਆਨੀ ਸਿੱਖ ਹੋਇਆ, ਉਹਦਾ ਪਰਿਵਾਰ ਵਿੱਚੋਂ ਭਾਈ ਗੁਰਦਾਸ ਤੇ ਤਾਰਾ ਚੰਦ, ਇਹ ਦੋਵੇਂ ਹੀ ਰਾਮ ਰਾਏ ਦੇ ਮਸੰਦ ਸੀ ਮੁਖੀ ਗੁਰੂ ਘਰ ਦੇ। ਤੋਂ ਇਹ ਬੜੇ ਤਜਰਬੇਕਾਰ ਲੋਕ ਸੀਗੇ ਸਾਰੇ ਹੀ, ਗੱਲਬਾਤ ਕਰਨ ਦਾ ਢੰਗ ਤਰੀਕਾ ਹੁੰਦਾ ਸੀ। ਸਤਿਗੁਰੂ ਜੀ ਨੂੰ ਬੜੇ ਢੰਗ ਨਾਲ ਜਦੋਂ ਗੱਲ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਨੇ ਸੁਣੀ, ਮਾਮਾ ਕਿਰਪਾਲ ਚੰਦ ਨੇ ਸੁਣੀ। ਸੁਨ ਕਿਰਪਾਲ ਮਾਤੁਲ ਨੇ ਕਹਿਓ। ਸਤਿਗੁਰੂ ਤਾਂ ਨਹੀਂ ਬੋਲੇ ਤੇ ਮਾਮਾ ਕਿਰਪਾਲ ਚੰਦ ਜੀ ਬੋਲ ਪਏ। ਇਤੋ ਦੁਰਾਵ ਕਰਨ ਕਿਉ ਚਾਹਿਓ। ਕਹਿੰਦੇ ਵੀ ਬਾਬਾ ਰਾਮ ਰਾਏ ਜੀ ਇੰਨਾ ਛੁਪਾ ਕਿਉਂ ਕਰਨਾ ਚਾਹੁੰਦੇ ਆ, ਇੰਨੀ ਗੁਪਤ ਮੀਟਿੰਗ ਦਾ ਕੀ ਮਤਲਬ ਹੈ, ਕਿਉਂ ਲੁਕਦੇ ਹਨ, ਕਿਉਂ ਛੁਪਦੇ ਹਨ। ਸਗਰੋ ਇੱਕ ਘਰ ਹੈ ਗੁਰ ਕੇਰਾ। ਇੱਕੋ ਘਰ ਹੈ, ਗੁਰੂ ਦਾ ਘਰ ਹੈ, ਇੱਕੋ ਪਰਿਵਾਰ ਹੈ, ਇੱਕੋ ਖੂਨ ਹੈ। ਸ਼੍ਰੀ ਹਰਗੋਬਿੰਦ ਬੰਸ ਬਡੇਰਾ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਦਾ ਖੂਨ ਹੋ, ਮਹਾਰਾਜ ਇੱਕੋ ਪਰਿਵਾਰ ਹੈ। ਬਾਬਾ ਰਾਮ ਰਾਏ ਜੀ ਪੜਪੋਤਰੇ ਨੇ ਤੇ ਕਲਗੀਧਰ ਜੀ ਪੋਤਰੇ ਨੇ, ਇੱਕ ਦਾਦੇ ਦੀ ਔਲਾਦ ਆ ਆਪਾਂ ਸਾਰੇ। ਬੈਠੇ ਤਖਤ ਸਗਲ ਜਗ ਜਾਣੇ। ਤੇ ਸਾਰੀ ਦੁਨੀਆ ਜਾਣਦੀ ਆ ਵੀ ਕਲਗੀਧਰ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ 10ਵੇਂ ਸਰੂਪ ਬੈਠੇ ਨੇ। ਇਸ ਗੱਲ ਵਿੱਚ ਵੀ ਕੋਈ ਲੁਕਾ ਨਹੀਂ ਹੈ, ਸਭ ਨੂੰ ਪਤਾ ਹੈ ਵੀ 10ਵੇਂ ਪਾਤਸ਼ਾਹ ਇਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੀ ਹਨ। ਬੇਦੀ ਤੇ ਹਨ ਭੱਲੇ ਜੇ। ਦੇਖੋ ਸਾਰਿਆਂ ਨੇ ਮਾਨਤਾ ਦਿੱਤੀ ਇਹਨਾਂ ਨੂੰ। ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਆਇਆ, ਸੰਸਕਾਰ ਹੋਇਆ, ਉਸ ਤੋਂ ਬਾਅਦ ਭੋਗ ਪਿਆ। ਭੋਗ ਦੇ ਉੱਤੇ ਕੌਣ ਕੌਣ ਆਏ ਨੇ? ਬੇਦੀ ਸਾਹਿਬਜ਼ਾਦੇ ਆਏ ਨੇ, ਬਾਬਾ ਕਲਾਧਾਰੀ ਜੀ ਦਸਤਾਰ ਲੈ ਕੇ ਆਏ ਨੇ ਡੇਰਾ ਬਾਬੇ ਨਾਨਕ ਤੋਂ ਚੱਲ ਕੇ।
ਔਰ ਫਿਰ ਸਾਹਿਬਜ਼ਾਦੇ ਆਏ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ 63 ਖੰਡੂਰ ਸਾਹਿਬ ਤੋਂ ਪੱਗ ਲੈ ਕੇ ਆਏ ਨੇ। ਫਿਰ ਪੱਗ ਦਿੱਤੀ ਹੈ ਭੱਲਿਆਂ ਨੇ ਗੋਇੰਦਵਾਲ ਸਾਹਿਬ ਤੋਂ ਆ ਕੇ, ਤੇ ਇੱਕ ਧੀਰਮਲ ਨੂੰ ਛੱਡ ਕੇ ਬਾਕੀ ਸੋਢੀਆਂ ਨੇ ਸਾਰਿਆਂ ਨੇ ਪੱਗ 10ਵੇਂ ਪਾਤਸ਼ਾਹ ਨੂੰ ਬੰਨੀ ਹੈ, ਬਾਬੇ ਸੂਰਜਮਲ ਹੋਰਾਂ ਨੇ। ਤੇ ਉਸ ਤੋਂ ਇਲਾਵਾ ਜਿਹੜਾ ਸਭ ਤੋਂ ਵੱਡੀ ਗੱਲ ਹੈ ਵੀ ਬਾਬੇ ਬੁੱਢੇ ਸਾਹਿਬ ਦਾ ਪਰਿਵਾਰ ਹੈ, ਉਹਨਾਂ ਦੀ ਪੱਗ ਨਾਲ ਹੀ ਗੁਰੂ ਬਣਦਾ। ਉਹਨਾਂ ਦੀ ਪੱਗ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਹੀ ਬੱਝੀ ਹੈ। ਇਸ ਕਰਕੇ ਇਹਦੇ ਵਿੱਚ ਕੋਈ ਲੁਕ ਛੁਪ ਵਾਲੀ ਗੱਲ ਨਹੀਂ ਹੈ। ਸਾਰਿਆਂ ਨੂੰ ਪਤਾ ਹੈ ਵੀ ਗੱਦੀ ਦੇ ਮਾਲਕ ਇਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੀ ਹਨ। ਧੀਰ ਮਲ ਬਿਨ ਸੋਢੀ ਵੇ, ਇੱਕ ਧੀਰਮਲ ਨੂੰ ਛੱਡ ਕੇ ਬਾਕੀ ਕੋਈ ਸੋਢੀ ਨਹੀਂ ਜਿਹਨੇ ਪੱਗ 10ਵੇਂ ਪਾਤਸ਼ਾਹ ਨੂੰ ਨਹੀਂ ਬੰਨੀ। ਸਭ ਤੋਂ ਵੱਡਾ ਮਹਾਰਾਜ ਦਾ ਤਾਇਆ ਸੀਗਾ ਸੂਰਜਮਲ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਉਹਨੇ ਵੀ ਮਹਾਰਾਜ 10ਵੇਂ ਪਾਤਸ਼ਾਹ ਨੂੰ ਪੱਗ ਬੰਨੀ। ਹੋਰ ਵੀ ਜਿਹੜੇ ਸੋਢੀਆਂ ਦੇ ਪਰਿਵਾਰ ਵਿੱਚੋਂ ਲਾਹੌਰ ਦੇ ਵਿੱਚ ਸਨ ਸਾਰੇ, ਉਹਨਾਂ ਨੇ ਵੀ ਆ ਕੇ ਪੱਗ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਬੰਨੀ। ਬਾਬੇ ਰਾਮ ਕੋਇਰ ਜੀ ਬਾਬੇ ਬੁੱਢੇ ਸਾਹਿਬ ਦੀ 7ਵੀਂ ਪੀੜ੍ਹੀ, ਉਹਨਾਂ ਨੇ ਤਿਲਕ ਜਿਹੜਾ ਸੀ ਗੁਰਿਆਈ ਦਾ ਉਹ 10ਵੇਂ ਪਾਤਸ਼ਾਹ ਨੂੰ ਦਿੱਤਾ। ਤੋਂ ਬਾਬੇ ਰਾਮ ਰਾਏ ਨੂੰ ਇਹਦੇ ਵਿੱਚ ਕੋਈ ਸ਼ੱਕ ਸ਼ੁਬਾ ਹੈ ਵੀ ਗੁਰੂ 10ਵੇਂ ਪਾਤਸ਼ਾਹ ਹੀ ਹਨ? ਜੇ ਇਹਨਾਂ ਨੂੰ ਪਤਾ ਹੈ ਵੀ ਇਹ ਗੁਰੂ ਹਨ ਤੇ ਫਿਰ ਗੁਰੂ ਕੋਲ ਆਉਣ ਲੱਗਿਆ, ਗੁਰੂ ਨੂੰ ਮਿਲਣ ਲੱਗਿਆ ਬਾਬਾ ਰਾਮ ਰਾਏ ਜੀ ਸੰਕੋਚ ਕਿਉਂ ਕਰਦੇ ਨੇ? ਗੁਰ ਗਾਦੀ ਕੋ ਲਖ ਅਧਿਕਾਰਾ। ਹਾਂ, ਗੁਰੂ ਦੀ ਗੱਦੀ ਹੈ, ਗੁਰੂ ਨਾਨਕ ਸਾਹਿਬ ਦੀ ਗੱਦੀ ਹੈ, ਗੁਰੂ ਦੀ ਜੋਤ ਹੈ ਇਹਨਾਂ ਦੇ ਵਿੱਚ, ਅਧਿਕਾਰ ਹੈ ਇਹਨਾਂ ਦੇ ਕੋਲ। ਇਸ ਅਧਿਕਾਰ ਨੂੰ ਸਮਝਦਿਆਂ ਹੋਇਆਂ ਮਿਲੇ ਸਕਲ ਨਹਿ ਸੰਸੈ ਧਾਰਾ। ਜਿੰਨੇ ਵੀ ਗੁਰੂ ਦੇ ਸਾਹਿਬਜ਼ਾਦੇ, ਬੇਦੀ ਸਾਹਿਬਜ਼ਾਦੇ ਉਹ ਨੇ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦਾ ਆਪਾਂ ਖੂਨ ਮੰਨਦੇ ਹਾਂ। ਗੁਰੂ ਨਾਨਕ ਸਾਹਿਬ ਦੀ ਪੀੜ੍ਹੀ ਬਾਬਾ ਕਲਾਧਾਰੀ ਜੀ 9ਵੀਂ ਥਾਂ ਤੇ ਸਨ, ਮਹਾਰਾਜ ਦੇ 9ਵੇਂ ਸਾਹਿਬਜ਼ਾਦੇ। ਉਹਨਾਂ ਨੇ ਆ ਕੇ 10ਵੇਂ ਪਾਤਸ਼ਾਹ ਨੂੰ ਗੁਰਿਆਈ ਦੀ ਜਿਹੜੀ ਮਾਨਤਾ ਦੀ ਪੱਗ ਦਿੱਤੀ ਵੀ ਸਾਡੇ ਗੁਰੂ ਇਹ ਹਨ। ਫਿਰ ਗੁਰੂ ਅੰਗਦ ਦੇਵ ਜੀ ਵੱਲੋਂ ਜਿਹੜੀ ਦਸਤਾਰ ਆਈ ਉਹਨਾਂ ਦੇ ਪਰਿਵਾਰ ਵੱਲੋਂ, ਉਹ ਵੀ ਗੁਰੂ ਮਹਾਰਾਜ 10ਵੇਂ ਪਾਤਸ਼ਾਹ ਜੀ ਦੇ ਵਾਸਤੇ ਆਈ। ਫਿਰ ਤੇ ਭੱਲਿਆਂ ਨੇ ਗੁਰੂ ਅਮਰਦਾਸ ਦੇ ਪਰਿਵਾਰ ਵੱਲੋਂ ਪੱਗ ਆਈ ਗੋਇੰਦਵਾਲ ਸਾਹਿਬ ਨੂੰ, ਉਹ ਵੀ 10ਵੇਂ ਪਾਤਸ਼ਾਹ ਨੂੰ ਆਈ। ਇੱਕ ਧੀਰਮਲ ਨੂੰ ਛੱਡ ਕੇ ਬਾਕੀ ਸਾਰੇ ਸੋਢੀਆਂ ਨੇ ਦਸਤਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬੰਨੀ ਹੈ। 4 ਗੁਰੂ ਵੰਸ਼ ਹਨ ਸਾਧ ਸੰਗਤ ਜੀ, 4 ਗੁਰੂ ਵੰਸ਼ ਕਿਹੜੇ? ਬੇਦੀ ਗੁਰੂ ਨਾਨਕ ਸਾਹਿਬ ਦਾ ਪਰਿਵਾਰ, 63 ਗੁਰੂ ਅੰਗਦ ਸਾਹਿਬ ਦਾ ਪਰਿਵਾਰ, ਭੱਲੇ ਗੁਰੂ ਅਮਰਦਾਸ ਦਾ ਪਰਿਵਾਰ ਤੇ ਸੋਢੀ ਗੁਰੂ ਰਾਮਦਾਸ ਦਾ ਪਰਿਵਾਰ। ਇਹੀ 4 ਕੁਲਾਂ ਨੇ। ਇਹਨਾਂ 4 ਕੁਲਾਂ ਨੇ 10ਵੇਂ ਪਾਤਸ਼ਾਹ ਨੂੰ ਦਸਤਾਰ ਦਿੱਤੀ ਹੈ। ਫਿਰ ਗੁਰੂ ਸਾਹਿਬ ਜੀ ਦੇ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਦੇ ਵੱਲੋਂ ਵੀ ਜਿਹੜੇ ਉਹਨਾਂ ਦੇ ਬੰਸਜ ਹਨ ਬਾਬਾ ਰਾਮ ਕੌਰ ਜੀ, ਉਹਨਾਂ ਨੇ ਪੱਗ 10ਵੇਂ ਪਾਤਸ਼ਾਹ ਨੂੰ ਬੰਨੀ ਹੈ। ਆਏ ਪਾਂਵਟੇ ਮਿਲਬੋ ਠਾਨੋ। ਇਸ ਕਰਕੇ ਬਾਬਾ ਰਾਮ ਰਾਏ ਜੀ ਨੂੰ ਕਹੋ ਮਨ ਦੇ ਸਾਰੇ ਸ਼ੰਕੇ ਛੱਡ ਕੇ ਪੌਂਡਾ ਸਾਹਿਬ ਹੀ ਆਓ, ਮਿਲੋ 10ਵੇਂ ਪਾਤਸ਼ਾਹ ਨੂੰ। ਇਹਨਾਂ ਨੂੰ ਮਿਲ ਕੇ ਆਪਣਾ ਲੋਕ ਤੇ ਪਰਲੋਕ ਸੁਧਾਰ ਲਵੋ। ਕੋ ਦਿਨ ਬਸੋ ਰਸੋ ਸੁਖ ਮਾਨੋ। ਇਹ ਤੁਹਾਡਾ ਘਰ ਹੈ, ਇੱਥੇ ਰਹੋ ਵਸੋ। ਅਸੀਂ ਤੁਹਾਨੂੰ ਓਨਾ ਹੀ ਸਤਿਕਾਰ ਦੇਵਾਂਗੇ ਜਿੰਨਾ ਗੁਰੂ ਮਹਾਰਾਜ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਦੇ ਪੁੱਤਰਾਂ ਨੂੰ ਮਿਲਣਾ ਚਾਹੀਦਾ। ਸਾਡੇ ਲਈ ਤੁਸੀਂ ਬਹੁਤ ਸਤਿਕਾਰਯੋਗ ਹੋ, ਕਿਉਂਕਿ ਤੁਸੀਂ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਹੋ 7ਵੇਂ ਪਾਤਸ਼ਾਹ ਦੇ। ਅਸੀਂ ਤਾਂ ਬੂਹੇ ਖੋਲ ਕੇ ਮਿਲਾਂਗੇ, ਤੁਸੀਂ ਕਿਉਂ ਮਨ ਵਿੱਚ ਸ਼ੰਕਾ ਕਰਦੇ ਹੋ? ਜੋ ਸ਼੍ਰੀ ਰਾਮ ਰਾਏ ਵਡਿਆਈ। ਜੋ ਬਾਬਾ ਰਾਮ ਰਾਏ ਜੀ ਮਹਾਂਪੁਰਸ਼ਾਂ ਦੀ ਵਡਿਆਈ ਹੈ, ਛਪੀ ਨਹੀਂ ਸਭ ਜਗ ਬਿਦਤਾਈ। ਉਹ ਕੋਈ ਲੁਕੀ ਛਿਪੀ ਥੋੜਾ, ਸਭ ਦੁਨੀਆ ਨੂੰ ਪਤਾ ਹੈ ਵੀ ਬਾਬੇ ਰਾਮ ਰਾਏ ਨੇ ਉਹ ਕ੍ਰਿਸ਼ਮੇ ਕੀਤੇ ਹੈ ਜਿਹੜੇ ਦੁਨੀਆ ਤੇ ਕੋਈ ਨਹੀਂ ਕਰ ਸਕਿਆ। 372 ਜਾਂ 72 ਕਰਾਮਾਤਾਂ ਉਹਨਾਂ ਦੀ ਇਤਿਹਾਸ ਆਉਂਦੀਆਂ ਜਿਹੜੀਆਂ ਉੱਥੇ ਦਿੱਲੀ 'ਚ ਦਿਖਾਈਆਂ। ਅਸੰਭਵ ਤੋਂ ਅਸੰਭਵ ਗੱਲ ਜਿਹੜੀ ਹੋ ਹੀ ਨਹੀਂ ਸਕਦੀ ਉਹ ਕਰਕੇ ਵਿਖਾਤੀ, ਜਿਹੜੀ ਸੋਚ ਵੀ ਨਹੀਂ ਸਕਦਾ ਕੋਈ। ਬਾਬੇ ਰਾਮ ਰਾਏ ਦੀ ਇਹੋ ਜਿਹੀਆਂ ਸ਼ਕਤੀਆਂ, ਉਹਨਾਂ ਸ਼ਕਤੀਆਂ ਕਰਕੇ ਤਾਂ ਦੁਨੀਆ ਸਾਰੀ ਡੰਕਾ ਮੰਨਦੀ ਵੀ ਬਾਬਾ ਰਾਮ ਰਾਏ ਹੋਈ ਪਈ ਸੀ। ਤੇ ਬਾਬਾ ਰਾਮ ਰਾਏ ਜੀ ਦੀ ਵਡਿਆਈ ਇੱਥੇ ਆ ਕੇ ਘਟ ਜਾਏਗੀ? ਨਹੀਂ ਘਟ ਸਕਦੀ। ਉਹਨਾਂ ਦੀ ਕਮਾਈ ਨੂੰ ਨਮਸਕਾਰ ਹੈ। ਦੇਸ਼ ਵਿਦੇਸ਼ਨ ਸੰਗਤ ਬ੍ਰਿੰਦ। ਲੱਖਾਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੀਆਂ ਬਾਬਾ ਜੀ ਨੂੰ ਮੰਨਦੀਆਂ ਹਨ, ਉਹਨਾਂ ਦਾ ਸਤਿਕਾਰ ਹੈ। ਤੇ ਸਾਡੇ ਮਨ ਵਿੱਚ ਵੀ ਹੈ ਵੀ ਉਹਨਾਂ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਜਾ ਕੇ ਉਹ ਜਿਹੜੇ ਕਾਜੀ ਮੁਲਾਣੇ ਜਿਹੜੇ ਬਹੁਤ ਆਫਰੇ ਫਿਰਦੇ ਸੀ ਵੀ ਗੁਰੂ ਨਾਨਕ ਦੇ ਘਰ 'ਚ ਕਰਾਮਾਤ ਹੀ ਕੋਈ ਨਹੀਂ, ਉਹਨਾਂ ਦੇ ਮੂੰਹ ਬੰਦ ਕਰ ਦਿੱਤੇ ਸਨ। ਬਾਬੇ ਰਾਮ ਰਾਏ ਦਾ ਜਿਹੜਾ ਸਤਿਕਾਰ ਹੈ ਉਹ ਇੱਥੇ ਆ ਕੇ ਵਧੇਗਾ। ਇਹ ਕਿਉਂ ਸੋਚਦੇ ਆ ਵੀ ਘਟ ਜਾਏਗਾ? ਇਹ ਜਿਹੜੀ ਉਹਨਾਂ ਦੀ ਨੈਗੇਟਿਵ ਸੋਚ ਹੈ
ਉਹਨਾਂ ਨੂੰ ਕੱਢ ਦੇਣੀ ਚਾਹੀਦੀ ਹੈ। ਇਹ ਗੱਲ ਮਾਮਾ ਕਿਰਪਾਲ ਚੰਦ ਜੀ ਬੜੇ ਸਤਿਕਾਰ ਤੇ ਤਰੀਕੇ ਨਾਲ ਕਹਿ ਰਹੇ ਨੇ। ਹਾਂਜੀ, ਦਰਸ ਹੈ ਪੂਜੈ ਭਾਵ ਬੁਲੰਦ। ਬਾਬਾ ਰਾਮ ਰਾਏ ਜੀ ਨੂੰ ਦੁਨੀਆ ਦਰਸ਼ਨ ਕਰਨ ਆਉਂਦੀ ਹੈ, ਪੂਜਦੀ ਹੈ, ਸਤਿਕਾਰ ਕਰਦੀ ਹੈ। ਗੁਰੂ ਮਹਾਰਾਜ 7ਵੇਂ ਪਾਤਸ਼ਾਹ ਦੇ ਉਹ ਸਾਹਿਬਜ਼ਾਦੇ ਨੇ, ਗੁਰੂ ਹਰਗੋਬਿੰਦ ਸਾਹਿਬ ਦੇ ਉਹ ਪੜ ਪੋਤਰੇ ਨੇ। ਗੁਰੂ ਵੰਸ਼ਜ ਹੋਣ ਕਰਕੇ ਬਾਬਾ ਰਾਮ ਰਾਏ ਜੀ ਸਾਰਿਆਂ ਦੇ ਲਈ ਸਤਿਕਾਰਯੋਗ ਨੇ। ਤੁਰਕੇਸ਼ਰ ਕੀ ਸਭਾ ਮਜਾਰੀ। ਬਾਦਸ਼ਾਹ ਔਰੰਗਜ਼ੇਬ ਦੀ ਸਭਾ ਜਿੱਥੇ ਕੋਈ ਕੁਸਕ ਨਹੀਂ ਸਕਿਆ। ਸਾਧ ਸੰਗਤ ਜੀ, ਔਰੰਗਜ਼ੇਬ ਦੇ ਕੋਈ ਵੀ ਇਹ ਨਹੀਂ ਵੀ ਇਕੱਲੇ ਹਿੰਦੂਆਂ ਨੂੰ, ਮੁਸਲਮਾਨ ਜਿਹੜੇ ਚੰਗੇ ਕਹਿੰਦੇ ਕਹਾਂਦੇ ਪੀਰ ਸੀ ਨਾ ਬੜੇ ਬੜੇ, ਉਹਨਾਂ ਨੂੰ ਵੀ ਕਹਿੰਦਾ ਸੀ ਕਰਾਮਾਤ ਦਿਖਾਓ, ਕਰਾਮਾਤ ਦਿਖਾਓ ਤੇ ਛੁੱਟ ਜਾਓ, ਨਹੀਂ ਤੇ ਤੁਹਾਨੂੰ ਵੀ ਫਾਇਲ ਲਾ ਦਿਆਂਗਾ। ਉਹਨੇ 92 ਫਕੀਰ ਮੁਸਲਮਾਨ ਇਕੱਠੇ ਕੀਤੇ, ਕਹਿੰਦਾ ਵੀ ਤੁਸੀਂ ਸ਼ਰ੍ਹਾ ਦੇ ਵਿਰੁੱਧ ਨੱਚਦੇ ਗਾਉਂਦੇ ਹੋ। ਉਹ ਫਕੀਰ ਸਨ ਵਿਚਾਰੇ, ਢੋਲਕੀਆਂ ਢਾਲਕੀਆਂ ਵਜਾ ਕੇ, ਚਿਮਟੇ ਵਜਾ ਕੇ ਉਹਨਾਂ ਨੇ ਨੱਚਣਾ ਤੇ ਹਾਲ ਕਹਿੰਦੇ ਸੀ ਵੀ ਹਾਲ ਆ ਗਿਆ, ਮਸਤਾਨੇ ਹੋ ਜਾਣਾ। ਉਹ ਜੋ ਮਸਤਾਨੇ ਹੋ ਜਾਂਦੇ ਸੀ, ਇਹ ਔਰੰਗਜ਼ੇਬ ਕਹਿੰਦਾ ਤੁਸੀਂ ਸ਼ਰ੍ਹਾ ਦੇ ਉਲਟ ਚੱਲਦੇ ਹੋ, ਸ਼ਰ੍ਹਾ ਨਹੀਂ ਮੰਨਦੀ ਇਸ ਗੱਲ ਨੂੰ। ਉਹ ਕਹਿਣ ਲੱਗੇ ਜੀ ਸਾਡੇ ਕਈ ਪੀੜ੍ਹੀਆਂ ਹੋ ਗਈਆਂ ਨੇ ਇਦਾਂ ਕਰਦਿਆਂ, ਅਸੀਂ ਤੇ ਫਕੀਰ ਆ। ਕਹਿੰਦਾ ਮੈਂ ਨਹੀਂ ਮੰਨਦਾ, ਮੈਨੂੰ ਜ਼ਿਆਦਾ ਆਪਣੀ ਸ਼ਕਤੀ ਦਿਖਾਓ ਜਾਂ ਇਹ ਕੰਮ ਛੱਡੋ। ਕਈ ਮਹੀਨੇ ਉਹਨਾਂ ਨੂੰ ਬੁਲਾਉਂਦਾ ਰਿਹਾ, ਉਹ ਵਿਚਾਰੇ ਕੀ ਜਵਾਬ ਦੇਣ। ਅਖੀਰ ਇਹਨੇ ਕੀ ਕੀਤਾ, ਇੱਕ ਵੱਡੀ ਸਾਰੀ ਸਟੇਜ ਬਣਾਈ, ਕੋਈ 50-60 ਮੀਟਰ ਲੰਮੀ ਉੱਚੀ, ਜਿਵੇਂ ਬੱਲੀਆਂ ਗੱਡ ਕੇ ਉੱਤੇ ਫੱਟੇ ਲਾਤੇ ਤੇ ਉਹਦੇ ਉੱਤੇ ਤਿਲਕਣ ਵਾਲੀ ਚੀਜ਼ ਲਾਤੀ, ਜਿਵੇਂ ਗਰੀਸ ਜਾਂ ਕੋਈ ਤੇਲ ਲਾਤਾ, ਵੀ ਏਦਾਂ ਮਾੜਾ ਜਿਹਾ ਬੰਦਾ ਉੱਠੇ ਤੇ ਤਿਲਕ ਕੇ ਥੱਲੇ ਡਿੱਗੇ, ਤੇ ਥੱਲੇ ਅੱਗ ਬਾਲਤੀ, ਥੱਲੇ ਅੱਗ ਬਾਲਤੀ ਔਰੰਗਜ਼ੇਬ ਨੇ। ਕਹਿੰਦਾ ਵੀ ਹੁਣ ਹਾਲ ਵਿਖਾਓ ਮੈਨੂੰ ਮਸਤਾਨੇ ਹੋ ਕੇ। ਉਹਨਾਂ ਨੂੰ ਮਸਤੀ ਚੜ੍ਹਦੀ ਸੀ, ਉਹ ਵਿਚਾਰੇ ਹੁਣ ਢੋਲਕੀਆਂ ਵਜਾਣ ਪਰ ਥੱਲੇ ਅੱਗ ਬਲਦੀ ਦਿਖੇ, ਕਿੱਥੇ ਮਸਤੀ ਚੜੇ। ਮਸਤੀ ਤੇ ਜਿੰਨੀ ਕੁ ਉਹ ਖੇਡ ਹੋਰ ਹੁੰਦੀ ਹੈ ਰੱਬ ਦੇ ਪਿਆਰਿਆਂ ਦੀ। ਉਹ ਕਹਿੰਦੇ ਉਹ ਕਿੰਨਾ ਚਿਰ ਵਿਚਾਰੇ ਕੀਰਤਨ ਕਰਦੇ ਰਹੇ ਪਰ ਉਹਨਾਂ ਨੂੰ ਮਸਤੀ ਨਹੀਂ ਚੜੀ। ਫਿਰ ਉਹਨਾਂ ਵਿੱਚ ਵੀ ਕੋਈ ਰੱਬ ਦਾ ਪਿਆਰਾ ਹੈ ਹੀ ਸੀ। ਉਹਨੇ ਆਖਿਆ ਹੇ ਪ੍ਰਮਾਤਮਾ, ਇਹ ਖੁਦਾ, ਇਹ ਅੱਲਾਹ ਤਾਲਾ, ਵੀ ਹੁਣ ਸਾਡੀ ਲਾਜ ਰੱਖ ਲੈ, ਵੀ ਹੁਣ ਸਾਡੇ ਕੋਲ, ਅਸੀਂ ਤੇ ਉਹ ਕਰਾਮਾਤ ਸਾਡੇ ਕੋਲ ਹੈ ਨਹੀਂ ਕੋਈ, ਸ਼ਕਤੀ ਸਾਡੇ ਕੋਲ ਹੈ ਨਹੀਂ ਕੋਈ, ਅਸੀਂ ਤੇ ਮਹਾਰਾਜ ਹੁਣ ਤੇਰੇ ਆਸਰੇ ਤੇ ਹੀ ਆ। ਉਹਨੇ ਫਿਰ ਜਦੋਂ ਵਜਾਇਆ ਨਾ ਚਿਮਟਾ ਤੇ ਉਹਨੂੰ ਚੜ ਗਈ ਮਸਤੀ। ਫਿਰ ਉਹਨੇ ਅਰਦਾਸ ਜੋ ਕੀਤੀ, ਉਹ ਫਿਰ ਉਦੋਂ ਤਿਲਕ ਕੇ ਕਹਿੰਦੇ ਥੱਲੇ ਅੱਗ 'ਚ ਡਿੱਗਿਆ। ਉਹਨੇ ਬਾਕੀਆਂ ਦਾ ਵੀ ਬਚਾਅ ਕਰਾ ਲਿਆ। ਕਹਿਣ ਦਾ ਮਤਲਬ ਹੈ ਉਹਨਾਂ ਦੀ ਮਰਿਆਦਾ ਜਿਹੜੀ ਹੈ ਉਹ ਕਾਇਮ ਰਹਿ ਗਈ। ਪਰ ਇਦਾਂ ਉਹ ਮੁਸਲਮਾਨ ਫਕੀਰਾਂ ਨੂੰ ਵੀ ਤੰਗ ਕਰਦਾ ਸੀ, ਹਿੰਦੂਆਂ ਨੂੰ ਵੀ, ਜਿਹਨੂੰ ਵੀ ਕਹਿੰਦਾ ਸੀ ਕਰਾਮਾਤ ਦਿਖਾਓ ਨਹੀਂ ਤੇ ਮੁਸਲਮਾਨੀ ਸ਼ਰ੍ਹਾ ਵਿੱਚ ਆਓ। ਤੇ ਬਾਬਾ ਰਾਮ ਰਾਏ ਜੀ ਨੂੰ ਇਹੀ ਕਹਿੰਦਾ ਸੀ। ਤੇ ਬਾਬਾ ਰਾਮ ਰਾਏ ਜੀ ਕਿਉਂਕਿ ਕਰਾਮਾਤ ਗੁਰੂ ਸਾਹਿਬ ਨੇ ਦੇ ਕੇ ਭੇਜੇ ਸੀ 7ਵੇਂ ਪਾਤਸ਼ਾਹ ਨੇ, ਵੀ ਜੋ ਤੁਸੀਂ ਬੋਲੋਗੇ ਉਹ ਹੋ ਜਾਏਗਾ, ਜੋ ਤੁਹਾਡੀ ਰਸਨਾ ਤੋਂ ਬੋਲ ਹੋਣਗੇ ਉਹ ਕੋਈ ਟਾਲ ਨਹੀਂ ਸਕੇਗਾ। ਤੇ ਬਾਬੇ ਰਾਮ ਰਾਏ ਨੇ ਕਹਿੰਦੇ ਤੁਰਕੇਸ਼ਰ ਕੀ ਸਭਾ ਮਜਾਰੀ, ਉਸ ਔਰੰਗਜ਼ੇਬ ਦੀ ਸਭਾ ਵਿੱਚ ਜੇ ਡੰਕਾ ਵਜਾਇਆ, ਇੱਕੋ ਇੱਕ ਮਰਦ ਨੇ ਵਜਾਇਆ ਤੇ ਉਹ ਸੀ ਬਾਬਾ ਰਾਮ ਰਾਏ। ਹਾਂਜੀ, ਜੀਤੇ ਅਜਮਤ ਔਰ ਮਤ ਧਾਰੀ। ਬੜੇ ਕਰਾਮਾਤੀ, ਬੜੇ ਅਜਮਤੀ ਸਨ, ਬੜੇ ਬੜੇ ਵੱਡੇ ਬੈਠੇ ਸਨ ਮੁਸਲਮਾਨ, ਉਹਨਾਂ ਸਾਰਿਆਂ ਨੂੰ ਜਿੱਤ ਲਿਆ। ਜਸ ਵਿਸਾਲ ਕੋ ਨਿਤ ਪ੍ਰਤ ਪਾਇਓ। ਤੇ ਬਾਬਾ ਰਾਮ ਰਾਏ ਦਾ ਜਸ ਤਾਂ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ। ਜਹ ਕਹਿ ਆਪਣੋ ਤੇਜ ਵਧਾਇਓ। ਜਿੱਥੇ ਕਿੱਥੇ ਉਹਨਾਂ ਨੇ ਆਪਣਾ ਡੰਕਾ ਵਜਾਇਆ ਹੈ, ਆਪਣਾ ਲੋਹਾ ਮਨਾਇਆ ਹੈ। ਇਨਕੇ ਮਿਲਹਿ ਸੋ ਘਟ ਨਾ ਜਾਈ। ਮਾਮਾ ਕਿਰਪਾਲ ਜੀ ਕਹਿੰਦੇ ਆ ਵੀ ਐਡੀ ਵੱਡੀ ਪਦਵੀ ਤੇ ਪਹੁੰਚ ਕੇ ਉਹਨਾਂ ਨੂੰ ਇਸ ਗੱਲ ਦਾ ਡਰ ਪੈ ਗਿਆ ਵੀ ਪੌਂਟਾ ਸਾਹਿਬ ਜਾਵਾਂਗੇ ਤੇ ਘਟ ਜਾਏਗੀ। ਗੁਰੂ ਗੋਬਿੰਦ ਸਿੰਘ ਨੂੰ ਮਿਲਣ ਨਾਲ ਬਾਬੇ ਰਾਮ ਰਾਏ ਦੀ ਮਹਿਮਾ ਘਟਣ ਨਹੀਂ ਲੱਗੀ। ਕਯੋ ਚਿਤ ਮਹਿ ਅਸ ਸ਼ੰਕ ਉਪਾਈ। ਇਸ ਤਰ੍ਹਾਂ ਦੀ ਸ਼ੰਕਾ ਕਿਉਂ ਮਨ 'ਚ ਕਰੀ ਬੈਠਿਆ, ਕਿਉਂ ਇਦਾਂ ਦੀ ਨੈਗੇਟਿਵ ਸੋਚ ਬਾਬਾ ਰਾਮ ਰਾਏ ਜੀ ਦੇ ਮਨ 'ਚ ਆ ਗਈ ਹੈ। ਪੁੰਨ ਮਸੰਦ ਬੋਲਿਓ ਕਰ ਜੋਰ। ਇਹ ਗੱਲ ਮਾਮੇ ਕਿਰਪਾਲ ਚੰਦ ਦੀ ਸੁਣ ਕੇ ਰਾਮ ਰਾਏ ਦਾ ਮਸੰਦ ਹੱਥ ਜੋੜ ਕੇ ਬੋਲਿਆ, ਬਹੁ ਵਿਚਾਰ ਭੇਜਿਓ ਇਤ ਔਰ। ਮਾਮਾ ਜੀ, ਮਹਾਂਪੁਰਸ਼ੋ, ਮੈਨੂੰ ਬਹੁਤ ਵਿਚਾਰ ਕੇ ਬਾਬੇ ਰਾਮ ਰਾਏ ਨੇ ਇੱਧਰ ਭੇਜਿਆ ਹੈ। ਪਾਵਨਾ ਬੀਚ ਪਾਵਟੇ ਘਲ ਹੈ। ਉਹ ਨਹੀਂ ਆ ਸਕਦੇ ਪੌਂਟਾ ਸਾਹਿਬ, ਮੈਨੂੰ ਦੱਸਦੇ ਨਹੀਂ ਵੀ ਕਿਉਂ ਨਹੀਂ ਆਉਣਾ, ਉਹ ਜਾਣਨ, ਪਰ ਨਹੀਂ ਆਉਣਾ ਚਾਹੁੰਦੇ ਪੌਂਟਾ ਸਾਹਿਬ। ਵਹਿਰ ਮਿਲਣ ਕੀ ਹਿਰਦੇ ਸੰਭਾਲ ਹੈ। ਉਹ ਕਹਿੰਦੇ ਆ ਬਾਹਰ ਹੀ ਮਿਲਣਾ, ਮਿਲਣਾ ਵੀ ਜ਼ਰੂਰ ਹੈ ਤੇ ਮਿਲਣਾ ਪੌਂਟੇ ਤੋਂ ਬਾਹਰ ਹੈ। ਸ੍ਰੀ ਪ੍ਰਭ ਨਿਤ ਅਖੇਰ ਵਿਚਰਨ ਤੇ। ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਜੀ ਰੋਜ਼ ਸ਼ਿਕਾਰ ਜਾਂਦੇ ਹੀ ਨੇ।
बनह मेल तह इम चितवंते। ਤੇ ਉਧਰ ਆ ਜਾਣ ਇੱਕ ਦਿਨ ਸਾਡੇ ਦੇਹਰਾਦੂਨ ਦੇ ਜੰਗਲਾਂ 'ਚ ਸ਼ਿਕਾਰ ਖੇਡਣ, ਉਧਰ ਮੇਲ ਹੋ ਸਕਦਾ ਹੈ। पुरोह मनोरथ इम ही तिनको। ਬਸ ਸਾਡੀ ਬੇਨਤੀ ਹੈ, ਹੱਥ ਜੋੜ ਕੇ ਤਰਲਾ ਹੈ ਵੀ ਜਿਵੇਂ ਬਾਬਾ ਰਾਮ ਰਾਏ ਜੀ ਚਾਹੁੰਦੇ ਨੇ ਉਵੇਂ ਹੀ ਕਲਗੀਧਰ ਪਾਤਸ਼ਾਹ ਸਾਡਾ ਮਨੋਰਥ ਪੂਰਾ ਕਰ ਦੇਣ, ਕਿਤੇ ਵੱਖਰੀ ਥਾਂ ਤੇ ਮੁਲਾਕਾਤ ਕਰ ਲੈਣ। तुम हो बड़े आनंद देह मन को। ਮਹਾਰਾਜ ਤੁਸੀਂ ਵੱਡੇ ਹੋ, ਰਿਸ਼ਤੇ 'ਚ ਵੀ ਵੱਡੇ ਹੋ, ਪਦਵੀ 'ਚ ਵੀ ਵੱਡੇ ਹੋ, ਜੋ ਤੁਹਾਡੇ ਤੋਂ ਦੁਨੀਆ ਮੰਗਦੀ ਹੈ ਮਿਲਦਾ, ਸਾਨੂੰ ਇੱਕ ਮੀਟਿੰਗ, ਇੱਕ ਮੁਲਾਕਾਤ ਹੀ ਕਿਰਪਾ ਕਰਕੇ ਦੇ ਦਿਓ। सुनकर श्री कलगीधर भाखा। ਸਤਿਗੁਰੂ ਕਲਗੀਧਰ ਜੀ ਮਸੰਦ ਦੀ ਬੇਨਤੀ ਸੁਣ ਕੇ ਬੋਲੇ, करह तथा हम तिन अवलाखा। ਹੱਸ ਕੇ ਕਹਿਣ ਲੱਗੇ ਠੀਕ ਹੈ, ਜਿਵੇਂ ਬਾਬਾ ਰਾਮ ਰਾਏ ਜੀ ਚਾਹੁੰਦੇ ਉਵੇਂ ਹੀ ਕਰਾਂਗੇ, ਉਵੇਂ ਹੀ ਮਿਲਾਂਗੇ। श्री जमुना के रुचिर प्रवाह। ਜਮਨਾ ਨਦੀ ਦਾ ਬੜਾ ਸੋਹਣਾ ਨੀਲਾ ਪਾਣੀ ਹੈ, ਸੋਹਣਾ ਪ੍ਰਵਾਹ ਹੈ। फिरह तरी बिचरह जल माहा। ਉਹਦੇ ਵਿੱਚ ਬਾਬਾ ਜੀ ਨੂੰ ਕਹੋ ਵੀ ਉਹ ਜਮਨਾ ਦੇ ਕੰਢੇ ਪਰਲੇ ਪਾਸੇ ਆ ਜਾਣ ਤੇ ਅਸੀਂ ਉਰਲੇ ਪਾਸਿਓਂ ਆ ਜਾਾਂਗੇ ਤੇ ਜਮਨਾ ਦੇ ਵਿੱਚ ਕਿਸ਼ਤੀ ਦੇ ਵਿੱਚ ਬਹਿ ਜਾਵਾਂਗੇ ਦੋਵੇਂ ਹੀ। ਮਹਾਰਾਜ ਕਹਿੰਦੇ ਅਸੀਂ ਤੇ ਬਾਬਾ ਰਾਮ ਰਾਏ ਦੋਵੇਂ ਕਿਸ਼ਤੀ 'ਚ ਬਹਿ ਜਾਵਾਂਗੇ ਤੇ ਬਾਕੀਆਂ ਨੂੰ ਕਿਨਾਰੇ ਖੜਾ ਕਰ ਦਿਆਂਗੇ, ਉੱਥੇ ਮੀਟਿੰਗ ਹੋਵੇਗੀ। आयतवार दूज तित जानो। ਆ ਜਿਹੜਾ ਆਉਣ ਵਾਲਾ ਐਤਵਾਰ ਹੈ, ਦੂਜ ਦੀ ਤਿਥੀ ਹੈ, ਦੂਜ ਵਾਲੇ ਦਿਨ ਐਤਵਾਰ ਵਾਲੇ ਦਿਨ ਮੀਟਿੰਗ ਪੱਕੀ ਕਰ ਲਵੋ। इस दिन आए मेल को ठानो। ਬਾਬਾ ਰਾਮ ਰਾਏ ਜੀ ਨੂੰ ਕਹੋ ਵੀ ਉਹ ਫਲਾਣੀ ਥਾਂ ਤੇ ਪੌਂਟੇ ਤੋਂ 15-20 ਕਿਲੋਮੀਟਰ ਉੱਪਰਲੇ ਪਾਸੇ ਸਾਫ਼ ਸੁਥਰੀ ਜਗ੍ਹਾ ਹੈ, ਅਸੀਂ ਉਰਲੇ ਪਾਸੇ ਘੋੜਿਆਂ ਤੇ ਆਵਾਂਗੇ, ਉਹ ਪਰਲੇ ਪਾਸੇ ਘੋੜਿਆਂ ਤੇ ਆ ਜਾਣ, ਉਹ ਪਰਲੇ ਪਾਸੇ ਕਿਸ਼ਤੀ 'ਚ ਬਹਿ ਜਾਣ, ਅਸੀਂ ਉਰਲੇ ਪਾਸੇ ਕਿਸ਼ਤੀ 'ਚ ਬਹਿ ਜਾਾਂਗੇ ਤੇ ਪਾਣੀ ਦੇ ਵਿੱਚ ਅਸੀਂ ਦੋਵੇਂ ਇਕੱਠੇ ਹੋ ਜਾਵਾਂਗੇ। संगत राम राय की खोटी। ਮਹਾਰਾਜ ਕਹਿੰਦੇ ਗੱਲ ਇਹ ਮਾਮਾ ਜੀ, ਸਾਨੂੰ ਪਤਾ ਰਾਮ ਰਾਏ ਦਾ ਮਨ ਠੀਕ ਹੈ ਪਰ ਉਹਦੀ ਸੰਗਤ ਦਾ ਮਨ ਖੋਟਾ ਹੈ। ਸੰਗਤ ਰਾਮ ਰਾਏ ਕੀ ਖੋਟੀ, ਰਾਮ ਰਾਈਆਂ ਦਾ ਮਨ ਨਹੀਂ ਸਾਫ਼ ਹੋਣਾ, बिन उपदेश रही मत मोटी। ਕਿਉਂਕਿ ਗੁਰੂ ਦੇ ਉਪਦੇਸ਼ ਤੋਂ ਖਾਲੀ ਨੇ, ਗੁਰੂ ਦਾ ਸਤਿਕਾਰ ਨਹੀਂ ਕਰ ਸਕੇ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪੈਰ ਨਹੀਂ ਫੜ ਸਕੇ, ਇਸ ਕਰਕੇ ਮਤ ਮੋਟੀ ਰਹਿ ਗਈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਬਾਬੇ ਰਾਮ ਰਾਏ ਦੀ ਜਿਹੜੀ ਆਲੇ ਦੁਆਲੇ ਸੰਗਤ ਹੈ ਨਾ, ਉਹ ਖੋਟੇ ਬੰਦਿਆਂ ਦੀ ਹੈ। बिना त्रास ते ताहे मसंद। ਜਿਹੜੇ ਉਹਦੇ ਮਸੰਦ ਨੇ ਨਾ, ਉਹ ਕਿਸੇ ਤੋਂ ਡਰਦੇ ਨਹੀਂ, ਉਹ ਬਾਬੇ ਰਾਮ ਰਾਏ ਨੂੰ ਵੀ ਘੂਰ ਲੈਂਦੇ ਨੇ। गरबे धन को पाए बुलंद। ਉਹਨਾਂ ਕੋਲ ਪੈਸਾ ਬਹੁਤ ਹੈ, ਸੰਗਤਾਂ ਦੇ ਚੜਾਵੇ ਨਾਲ ਆਫਰੇ ਫਿਰਦੇ ਨੇ, ਹੰਕਾਰੇ ਫਿਰਦੇ ਨੇ ਤੇ ਉਹ ਬਾਬੇ ਰਾਮ ਰਾਏ ਨੂੰ ਟਿੱਚ ਸਮਝਦੇ ਨੇ, ਉਹ ਬਾਬੇ ਰਾਮ ਰਾਏ ਦੀ ਪਰਵਾਹ ਨਹੀਂ ਕਰਦੇ। तिन ते शंकत है चित सोए। ਬਾਬਾ ਰਾਮ ਰਾਏ ਉਹਨਾਂ ਮਸੰਦਾਂ ਤੋਂ ਡਰਦਾ, ਉਹਨਾਂ ਤੋਂ ਸ਼ੰਕਾ ਕਰਦਾ। ਉਹ ਤੇ ਸਾਡੇ ਕੋਲ ਆ ਜਾਵੇ ਪੌਂਟੇ ਸਾਹਿਬ, ਪਰ ਉਹ ਜਿਹੜਾ ਆਲਾ ਦੁਆਲਾ ਹੈ ਉਹ ਨਹੀਂ ਪੇਸ਼ ਜਾਣ ਦਿੰਦਾ। इस कारण बिन दुते न कोए। ਮਹਾਰਾਜ ਕਹਿੰਦੇ ਮਾਮਾ ਜੀ ਸਾਨੂੰ ਪਤਾ ਹੈ ਕਾਰਨ ਕੀ ਹੈ, ਇਸ ਤੋਂ ਬਿਨਾਂ ਹੋਰ ਕੋਈ ਕਾਰਨ ਨਹੀਂ। ਕਾਰਨ ਇਹ ਹੀ ਹੈ ਵੀ ਜੇ ਮੈਂ ਪੌਂਟੇ ਸਾਹਿਬ ਗਿਆ ਤੇ ਆ ਮਸੰਦਾਂ ਨੇ ਵਿਗੜ ਜਾਣਾ, ਇਹਨਾਂ ਨੇ ਮੈਨੂੰ ਭੇਟਾ ਨਹੀਂ ਦੇਣੀ, ਇਹਨਾਂ ਨੇ ਮੈਨੂੰ ਗੁਰੂ ਨਹੀਂ ਮੰਨਣਾ, ਇਹਨਾਂ ਨੇ ਸੰਗਤ ਤੋੜ ਦੇਣੀ ਹੈ, ਸਾਡੇ ਘਰ ਖਲਾਰਾ ਪੈ ਜਾਏਗਾ। ਇਸ ਮਸੰਦਾਂ ਦੇ ਕਰਤੂਤਾਂ ਤੋਂ ਡਰਦਾ ਹੋਇਆ ਬਾਬਾ ਰਾਮ ਰਾਏ ਪੌਂਟੇ ਨਹੀਂ ਆਉਂਦਾ, ਆ ਤਾਂ ਜਾਵੇ, ਉਹ ਪੇਸ਼ ਨਹੀਂ ਜਾਣ ਦਿੰਦੇ। या ते हम नीके मन जानी। ਮਹਾਰਾਜ ਕਹਿੰਦੇ ਇਸ ਕਰਕੇ ਅਸੀਂ ਆਪਣੇ ਮਨ ਵਿੱਚ ਚੰਗੀ ਤਰ੍ਹਾਂ ਜਾਣ ਲਿਆ ਹੈ। बिगड़े कब कारज ते हानि। ਆਉਣ ਵਾਲਾ ਸਮਾਂ ਬਾਬਾ ਰਾਮ ਰਾਏ ਦਾ ਕੰਮ ਵਿਗੜੇਗਾ। ਆਖੋ ਸਤਨਾਮ ਸ੍ਰੀ। ਮਹਾਰਾਜ ਕਹਿੰਦੇ ਬਾਬੇ ਰਾਮ ਰਾਏ ਜੀ ਹੋਰਾਂ ਦਾ ਇਹਨਾਂ ਮਸੰਦਾਂ ਨੇ ਕੰਮ ਵਿਗਾੜ ਦੇਣਾ ਹੈ। जिम महपालक को प्रधान। ਜਿਵੇਂ ਕਿਸੇ ਰਾਜੇ ਦੇ ਮੰਤਰੀ, ਪ੍ਰਧਾਨ, ਸੈਨਾਪਤੀ, ਉਹਦੇ ਦਰਬਾਰੀ ਵੱਡੇ ਬੰਦੇ बनह धनी तारह अभिमान। ਜੇ ਜ਼ਿਆਦੇ ਪੈਸੇ ਹੋ ਜਾਣ, ਜ਼ਿਆਦੀ ਤਾਕਤ ਫੜ ਜਾਣ ਤੇ ਉਹ ਰਾਜੇ ਨੂੰ ਵੀ ਮਾਰ ਦਿੰਦੇ ਆ ਤੇ ਰਾਜੇ ਦਾ ਕਤਲ ਕਰਵਾ ਦਿੰਦੇ ਆ। तिम ही सुपट बिगड़ कर जाए। ਜੇ ਰਾਜੇ ਦੀ ਫੌਜ ਵਿਗੜ ਜਾਵੇ, ਉਹਦੇ ਸਿਪਾਹੀ ਵਿਗੜ ਜਾਣ, ਉਹਦੀ ਫੌਜ ਦੇ ਜਨਰਲ ਕਰਨਲ ਵਿਗੜ ਜਾਣ, निज स्वामी को नाश ਉਹ उपाय। ਰਾਜੇ ਨੂੰ ਹੀ ਮਾਰ ਦਿੰਦੇ ਆ, ਰਾਜੇ ਦਾ ਕਤਲ ਕਰ ਦਿੰਦੇ ਆ। या ते राम राय को कहो। ਫਿਰ ਉਸ ਮਸੰਦ ਨੂੰ ਬਾਬਾ ਮਹਾਰਾਜ ਕਲਗੀਧਰ ਕਹਿੰਦੇ ਵੀ ਰਾਮ ਰਾਏ ਨੂੰ ਮੇਰੇ ਵੱਲੋਂ, ਸਾਡੇ ਵੱਲੋਂ ਕਿਹਾ ਜੇ सावधान बन सबते रहो। ਕਿ ਆਲੇ ਦੁਆਲੇ ਤੋਂ ਬਚ ਕੇ ਰਹੀਂ, ਤੂੰ ਸਾਡਾ ਭਤੀਜਾ ਹੈ, ਅਸੀਂ ਤੇਰੇ ਭਲੇ ਦੀ ਗੱਲ ਕਹਿ ਰਹੇ ਹਾਂ ਵੀ ਆਲੇ ਦੁਆਲੇ ਵਾਲੇ ਮਸੰਦਾਂ ਤੋਂ ਸਾਵਧਾਨ ਰਹੀ, ਤੈਨੂੰ ਇਹ ਲੈ ਬਹਿਣਗੇ। श्री जमुना मह तरनी तरह। ਠੀਕ ਹੈ,
ਜਮਨਾ ਦੇ ਵਿੱਚ ਅਸੀਂ ਕਿਸ਼ਤੀ ਦੇ ਵਿੱਚ ਸੈਰ ਕਰਨ ਆਵਾਂਗੇ। ਤਹਿਠਾ ਆਏ ਮੇਲ ਕੋ ਕਰੈ। ਤੇ ਐਤਵਾਰ ਨੂੰ ਦੂਜ ਵਾਲੇ ਦਿਨ ਬਾਬਾ ਰਾਮ ਰਾਏ ਜੀ ਆ ਜਾਣ, ਅਸੀਂ ਕਿਸ਼ਤੀ ਦੇ ਵਿੱਚ ਜਮਨਾ 'ਚ ਮਿਲਾਂਗੇ। ਹਰ ਖਾਇਓ ਸੁਨ ਮਸੰਦ ਗੁਰਬਾਣੀ। ਗੁਰੂ ਕਲਗੀਧਰ ਦੇ ਬਚਨ ਸੁਣ ਕੇ ਮਸੰਦ ਬੜਾ ਖੁਸ਼ ਹੋਇਆ। ਰਾਵਰ ਭਨੀ ਸਕਲ ਹਮ ਮਾਨੀ। ਕਹਿਣ ਲੱਗਾ ਬਸ ਮਹਾਰਾਜ ਆਪ ਜੀ ਨੇ ਕਿਹਾ ਸੀ ਮੰਨ ਲਿਆ, ਐਤਵਾਰ ਨੂੰ ਪੱਕੀ ਆ ਬਾਬਾ ਰਾਮ ਰਾਏ ਜੀ ਹਰ ਕੰਮ ਛੱਡ ਕੇ ਆਉਣਗੇ। ਅਵਲਾਖਾ ਸਭ ਪੂਰਨ ਕਰੀ। ਆਪ ਜੀ ਨੇ ਸਾਡੀ ਬੇਨਤੀ ਮੰਨ ਲਈ, ਸਾਡੀ ਇੱਛਾ ਪੂਰੀ ਹੋ ਗਈ ਹੈ। ਚਲਿਓ ਚਾਹੋ ਤਿਤ ਮੈਂ ਇਸ ਘਰੀ। ਤੇ ਮੈਂ ਹੁਣ ਮੈਨੂੰ ਆਗਿਆ ਦਿਓ, ਮੈਂ ਪੌਂਟਾ ਸਾਹਿਬ ਤੋਂ ਚੱਲ ਕੇ ਦੇਹਰਾਦੂਨ ਜਾਵਾਂ। ਤਬ ਸਤਿਗੁਰ ਸਿਰ ਪਾਉ ਦਵਾਇਓ। ਮਹਾਰਾਜ ਦਸਵੇਂ ਪਾਤਸ਼ਾਹ ਨੇ ਉਸੇ ਵੇਲੇ ਖਜ਼ਾਨੇ ਚੋਂ ਬਹੁ ਕੀਮਤੀ ਸਰੋਪਾ ਮੰਗਾ ਕੇ ਉਸ ਮਸੰਦ ਨੂੰ ਸਰੋਪਾ ਦਵਾਇਆ। ਉਠ ਤਦ ਛਿਨ ਪਦ ਸੀਸ ਨਵਾਇਓ। ਤੇ ਉਸ ਨੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਆਏ ਤੁਰੰਗ ਅਰੂਢਤ ਭਇਓ। ਆਪਣੇ ਘੋੜੇ ਤੇ ਸਵਾਰ ਹੋ ਕੇ ਰਾਮ ਰਾਏ ਕੀ ਦਿਸ਼ ਚੱਲ ਗਇਓ। ਉਹ ਦੇਹਰਾਦੂਨ ਰਾਮ ਰਾਏ ਵੱਲ ਚਲਾ ਗਿਆ। ਜਾਏ ਮਿਲਿਓ ਸਭ ਕਹਿਓ ਪ੍ਰਸੰਗ। ਜਾ ਕੇ ਬਾਬੇ ਰਾਮ ਰਾਏ ਨੂੰ ਮਿਲਿਆ ਤੇ ਸਾਰੀ ਗੱਲ ਦੱਸੀ। ਜਮਨਾ ਮਹਿ ਮਿਲਬੋ ਹਿਤ ਸੰਗ। ਇਹ ਗੁਰੂ ਜੀ ਮੰਨ ਗਏ ਨੇ, ਐਤਵਾਰ ਦੂਜ ਵਾਲੇ ਦਿਨ ਤੁਹਾਡੀ ਉਹਨਾਂ ਨਾਲ ਮੀਟਿੰਗ ਹੋਣੀ ਹੈ ਤੇ ਮੀਟਿੰਗ ਦੀ ਜਗ੍ਹਾ ਜਮਨਾ ਦੇ ਵਿੱਚ ਬੇੜੀ ਦੇ ਵਿੱਚ ਕਿਸ਼ਤੀ ਦੇ ਵਿੱਚ ਮੁਲਾਕਾਤ ਹੋਵੇਗੀ। ਹੋਏ ਨੌਕਾ ਮਹਿਮਾਨ ਥੋੜੇ। ਪਰ ਇੱਕ ਗੱਲ ਹੈ ਵੀ ਥੋੜੇ ਬੰਦੇ ਤੁਸੀਂ ਲੈ ਕੇ ਆਇਆ ਜੇ, ਥੋੜੇ ਬੰਦੇ ਗੁਰੂ ਸਾਹਿਬ ਲੈ ਕੇ ਜਾਣਗੇ। ਆਦਿਤਵਾਰ ਚਲੋ ਕਿਸ ਓਰੇ। ਐਤਵਾਰ ਨੂੰ ਤੁਸੀਂ ਸਾਰੇ ਕੰਮ ਛੱਡ ਕੇ ਦੇਹਰਾਦੂਨ ਤੋਂ ਉਧਰ ਜਮਨਾ ਵਾਲੇ ਪਾਸੇ ਜਾਣਾ ਹੈ। ਉਤ ਤੇ ਹਿਤ ਅਖੇਰ ਚਲ ਆਵੇ। ਉਧਰੋਂ ਦਸਵੇਂ ਪਾਤਸ਼ਾਹ ਸ਼ਿਕਾਰ ਦੇ ਬਹਾਨੇ ਆਉਣਗੇ। ਕੁਛ ਮਾਨਵ ਆਪਣੇ ਸੰਗ ਲਿਆਵੇ। ਉਹ ਆਪਣੇ ਖਾਸ ਬੰਦਿਆਂ ਨੂੰ ਹੀ ਲੈ ਕੇ ਆਉਣਗੇ। ਇਸ ਪ੍ਰਕਾਰ ਮਿਲਬੇ ਅਬਲਾਖਾ। ਇਸ ਤਰ੍ਹਾਂ ਤੁਹਾਡੀ ਜਿਹੜੀ ਮਿਲਣ ਦੀ ਇੱਛਾ ਪੂਰੀ ਹੋ ਜਾਏਗੀ ਬਾਬਾ ਜੀ। ਗਮਨਤ ਮੋਹਿ ਜਥਾ ਤੁਮ ਭਾਖਾ। ਜਿਵੇਂ ਤੁਸੀਂ ਮੈਨੂੰ ਕਿਹਾ ਸੀ ਮੈਂ ਉਵੇਂ ਹੀ ਉਹਨਾਂ ਨੂੰ ਕਿਹਾ ਤੇ ਉਹ ਮੰਨ ਗਏ ਨੇ। ਹੋਏ ਗਿੱਧ ਸੋ ਰਚ ਮੈਂ ਚਤਰਾਈ। ਮੈਂ ਬੜੀ ਸਿਆਣਪ ਨਾਲ ਤੁਹਾਡੀ ਮੁਲਾਕਾਤ ਪੱਕੀ ਕਰਾ ਕੇ ਆਇਆ ਹਾਂ। ਕਹਿ ਸ਼ੁਭ ਬਾਤ ਸੁਭਾਤ ਬਣਾਈ। ਮੈਂ ਚੰਗੀਆਂ ਗੱਲਾਂ ਕਰਕੇ ਵਧੀਆ ਤਰੀਕੇ ਨਾਲ ਇਹੋ ਜਿਹੀ ਵਿਧੀ ਬਣਾਈ ਹੈ ਬਈ ਆਪ ਜੀ ਦਾ ਮਿਲਾਪ ਦਸਵੇਂ ਪਾਤਸ਼ਾਹ ਨਾਲ ਐਸ ਐਤਵਾਰ ਨੂੰ ਦੂਜ ਵਾਲੇ ਦਿਨ ਜਮਨਾ ਦੇ ਵਿੱਚ ਹੋਵੇਗਾ। ਸੁਣ ਸ਼੍ਰੀ ਰਾਮ ਰਾਏ ਹਰ ਖਾਇਓ। ਸੁਣ ਕੇ ਬਾਬਾ ਰਾਮ ਰਾਏ ਜੀ ਬੜੇ ਹੀ ਖੁਸ਼ ਹੋਏ। ਇਸ ਮਸੰਦ ਕਛ ਦਰਬ ਦਿਵਾਇਓ। ਉਹ ਜਿਹੜਾ ਮਸੰਦ ਮੁਲਾਕਾਤ ਪੱਕੀ ਕਰਕੇ ਆਇਆ ਸੀ, ਬਾਬਾ ਜੀ ਨੇ ਇਨਾਮ ਵਜੋਂ ਉਹਨੂੰ ਮਾਇਆ ਦੇ ਕੱਫੇ ਤੇ ਸਰੋਪੇ ਦਿੱਤੇ। ਆਦਿਤਵਾਰ ਪ੍ਰਤੀਖਤ ਰਹਿਓ। ਬਾਬਾ ਰਾਮ ਰਾਏ ਜੀ ਐਤਵਾਰ ਦੀ ਉਡੀਕ ਕਰਨ ਲੱਗੇ। ਪੁੰਨ ਸਮਾਜ ਬੂਝਣ ਕੋ ਕਹਿਓ। ਤੇ ਉਹਨਾਂ ਨੇ ਫਿਰ ਗੁਰੂ ਗੋਬਿੰਦ ਸਿੰਘ ਜੀ ਬਾਰੇ ਪੁੱਛਿਆ ਮਸੰਦ ਨੂੰ, ਦੱਸ ਬਈ ਕਿੰਨੇ ਕੁ ਫੌਜ ਹੈ, ਕਿੰਨਾ ਕੁ ਸਮਾਜ ਹੈ, ਕੀ ਉੱਥੇ ਵੇਖਿਆ ਪੌਂਡੇ ਵਿੱਚ। ਕੇਤਕ ਦਲ ਕੇਤਕ ਉਤਸਾਹ। ਉਹਨਾਂ ਦੀ ਦਲ ਫੌਜ ਕਿੰਨੀ ਕੁ ਹੈ ਤੇ ਉਹਨਾਂ ਦੇ ਫੌਜੀਆਂ ਦੇ ਉਤਸ਼ਾਹ ਕਿੰਨਾ ਕੁ ਹੈ। ਕਤਕ ਅਕੋਰਨ ਅਰਪਹਿ ਪਾਹ। ਤੇ ਸੰਗਤਾਂ ਵੱਲੋਂ ਭੇਟਾਵਾਂ ਕਿੰਨੀਆਂ ਕੁ ਚੜਦੀਆਂ ਨੇ, ਚੜਾਵਾ ਕਿੰਨਾ ਕੁ ਚੜ ਰਿਹਾ ਪੌਂਡੇ ਸਾਹਿਬ ਵਿੱਚ। ਤਬ ਮਸੰਦ ਕਰ ਬੰਦ ਬਖਾਨਾ। ਤਾਂ ਮਸੰਦ ਨੇ ਹੱਥ ਜੋੜ ਕੇ ਆਖਿਆ ਦਿਨ ਪ੍ਰਤ ਬਦਤ ਸਮਾਜ ਮਹਾਨਾ। ਬਾਬਾ ਜੀ ਕੀ ਦਸੀਏ, ਗੁਰੂ ਸਾਹਿਬ ਦਸਵੇਂ ਪਾਤਸ਼ਾਹ ਦਾ ਤਾਂ ਪ੍ਰਤਾਪ ਉਹੋ ਜਿਹਾ ਬਣਿਆ ਜਿਹੜਾ ਛੇਵੇਂ ਪਾਤਸ਼ਾਹ ਦੇ ਸਮੇਂ ਕਦੀ ਹੁੰਦਾ ਸੀ। ਜਥਾ ਅਦਕ ਮਹਿ ਪਾਲਨ ਕੇਰਾ। ਜਿਵੇਂ ਰਾਜਿਆਂ ਮਹਾਰਾਜਿਆਂ ਦਾ ਹੁੰਦਾ ਨਾ, ਇਹੋ ਜਿਹਾ ਵੇਖਿਆ ਹੈ। ਖਰਚ ਆਮਦਨ ਤਥਾ ਵਡੇਰਾ। ਲੱਖਾਂ ਰੁਪਇਆਂ ਦੀ ਆਮਦਨ ਹੈ ਤੇ ਲੱਖਾਂ ਦਾ ਹੀ ਖਰਚ ਹੈ। ਪ੍ਰਥਮ ਗੁਰੂ ਸ੍ਰੀ ਹਰਗੋਬਿੰਦ। ਜਿਵੇਂ ਸੁਣਿਆ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਹੋਏ ਨੇ, ਰਾਜਿਆਂ ਮਹਾਰਾਜਿਆਂ ਤਰ੍ਹਾਂ ਰਹਿੰਦੇ ਸੀ। ਸੁਣਿਓ ਜਥਾ ਉਤਸ਼ਾਹ ਬੁਲੰਦ। ਉਹ ਅਸੀਂ ਵੇਖਿਆ ਨਹੀਂ ਪਰ ਸੁਣਿਆ ਵੀ ਛੇਵੇਂ ਪਾਤਸ਼ਾਹ ਕੋਲ ਬੜੀਆਂ ਫੌਜਾਂ, ਬੜੇ ਲਾਓ ਲਸ਼ਕਰ, ਹਾਥੀ ਘੋੜੇ, ਰਾਜਿਆਂ ਦੀ ਤਰ੍ਹਾਂ ਉਹਨਾਂ ਦਾ ਪ੍ਰਤਾਪ ਸੀ ਮਹਾਰਾਜ ਛੇਵੇਂ ਪਾਤਸ਼ਾਹ ਦਾ। ਏਦਾਂ ਹੀ ਉਹਨਾਂ ਦੇ ਪੋਤਰੇ ਗੁਰੂ ਗੋਬਿੰਦ ਸਿੰਘ ਜੀ ਦਾ ਵੇਖਿਆ ਹੈ। ਤਿੰਨ ਦੇ ਦੂਣ ਚੌਣ ਵਿਸਾਲਾ। ਬਲਕਿ ਉਹਨਾਂ ਨਾਲੋਂ ਦੂਣਾ ਚੌਣਾ ਵੇਖਿਆ ਹੈ। ਵਧਤੋ ਜਾਤ ਸਰਬਥਾ ਕਾਲਾ। ਦਿਨੋਂ ਦਿਨ ਵੱਧਦਾ ਹੀ ਜਾ ਰਿਹਾ, ਰੋਜ਼ ਉਹਨਾਂ ਦੀ ਫੌਜ 'ਚ ਵਾਧਾ ਹੋ ਰਿਹਾ, ਘੋੜਿਆਂ ਦਾ, ਹਾਥੀਆਂ ਦਾ, ਉਹਨਾਂ ਦੀ ਫੌਜ ਦਾ ਕੋਈ ਸੁਮਾਰ ਨਹੀਂ ਹੈ। ਕੌਣ ਕੌਣ ਗਿਣ ਭਨੋ ਸਮਾਜਾ। ਮੈਂ ਕਿਹੜੀ ਕਿਹੜੀ ਚੀਜ਼ ਦੱਸਾਂ, ਹਰ ਚੀਜ਼ ਹੀ ਵੱਖਰੀ ਹੈ ਉਹਨਾਂ ਦੇ ਦਰਬਾਰ ਵਿੱਚ। ਸੋਬਤ ਬੈਠ ਜਥਾ ਮਹਾਰਾਜਾ। ਜਿਵੇਂ ਵੱਡੇ ਰਾਜੇ ਮਹਾਰਾਜੇ ਦਰਬਾਰ ਲਾ ਕੇ ਬਹਿੰਦੇ, ਏਦਾਂ ਗੁਰੂ ਗੋਬਿੰਦ ਸਿੰਘ ਦਰਬਾਰ ਲਾ ਕੇ ਬਹਿੰਦਾ ਹੈ। ਗੁਰ ਸਮਸ਼ੇਰ ਦਿਪਤ ਸਮਸ਼ੇਰ। ਕਾਤਰੇ
ਤਲਵਾਰ ਪਹਿਨੀ ਹੋਈ ਆ, ਸੀਸ ਤੇ ਕਲਗੀ ਲਾਈ ਹੋਈ ਆ, ਬੱਬਰ ਸ਼ੇਰ ਵਰਗਾ ਪ੍ਰਤਾਪ ਹੈ। ਉੱਚੀ ਦ੍ਰਿਸ਼ਟ ਲਖੈ ਸਭ ਜੇਰ। ਉਹਨਾਂ ਦੇ ਵੱਲ ਕੋਈ ਉੱਚੀ ਨਿਗਾਹ ਨਾਲ ਨਹੀਂ ਵੇਖ ਸਕਦਾ, ਤੇ ਉਹ ਇਹੋ ਜਿਹੀ ਨਿਗਾਹ ਨਾਲ ਵੇਖਦੇ ਨੇ ਵੀ ਅਗਲੇ ਦੇ ਸਾਹ ਸੁੱਕ ਜਾਂਦੇ ਹੈ। 10ਵੇਂ ਪਾਤਸ਼ਾਹ ਦੀ ਨਜ਼ਰ ਹੀ ਐਸੀ ਆ, ਤੇਜ ਪ੍ਰਤਾਪ। ਇਹ ਜਦੋਂ ਬਾਬੇ ਰਾਮ ਰਾਏ ਜੀ ਨੂੰ ਪਤਾ ਲੱਗਾ, ਉਹਨਾਂ ਨੇ ਤਿਆਰੀ ਕੀਤੀ। ਅਗਲੇ ਪ੍ਰਕਰਣਾਂ 'ਚ ਆਪਾਂ ਕੱਲ ਦੀ ਕਥਾ ਮਾਰੇ ਕਿਰਪਾ ਕਰੇ ਸਰਵਣ ਕਰਾਂਗੇ ਵੀ ਕਿਸ ਤਰ੍ਹਾਂ ਬਾਬਾ ਰਾਮ ਰਾਏ ਜੀ ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਬੇੜੀ 'ਚ ਬਹਿ ਕੇ ਮੁਲਾਕਾਤ ਕਰਨਗੇ, ਆਪਸ ਵਿੱਚ ਜਿਹੜੇ ਵਿਚਾਰ ਵਟਾਂਦਰੇ ਕਰਨਗੇ। ਪਿਛਲੀਆਂ ਜਿਹੜੀਆਂ ਘਰ ਦੇ ਵਿੱਚ ਕੋਈ ਵਾਧੇ ਘਾਟੇ ਹੋਏ ਨੇ, ਉਹਨਾਂ ਦੀ ਸਮਾਪਤੀ ਕਰਕੇ ਬਾਬਾ ਰਾਮ ਰਾਏ ਜੀ ਮਹਾਰਾਜ ਸੱਚੇ ਪਾਤਸ਼ਾਹ ਨਾਲ ਜੁੜਨਗੇ, ਪਰ ਰਾਮ ਰਾਈਏ ਫਿਰ ਰਹਿ ਜਾਣਗੇ। ਉਹ ਕਥਾ ਆਪਾਂ ਕੱਲ ਨੂੰ ਸੁਣਾਂਗੇ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗੰਮ ਪੂਰਨ, ਮੋਹਿ ਮਾਇਆ ਧਾਰ। ਅੰਧ